ਕਬੀਰ ਸੂਖ ਨਾ ਇਹ ਜੁਗ, ਕਰਹਿ ਜੇ ਬਹੁਤੈ ਮੀਤ। ਜੋ ਚਿਤ ਰਾਖਹਿ ਏਕ ਸਿਉ, ਤੇ ਸੁਖ ਪਾਵਹਿ ਨੀਤ। ਲਗਭਗ ਜਿਹੜੀ ਸਾਡੀ ਜ਼ਿੰਦਗੀ ਹੈ ਉਹਨੂੰ ਅਸੀਂ ਇਸ ਕਰਕੇ ਔਖੇ ਕਰਦੇ ਹਾਂ, ਇਸ ਕਰਕੇ ਕਸ਼ਟ ਝੱਲਦੇ ਹਾਂ ਵੀ ਸੁੱਖ ਆ ਜਾਵੇ ਇਸ ਜ਼ਿੰਦਗੀ ਦੇ ਵਿੱਚ। ਸਾਡੇ ਮਨ ਦੇ ਵਿੱਚ ਇੱਕ ਗੱਲ ਹੈ ਵੀ ਅੱਜ ਅਸੀਂ ਔਖੇ ਹੋਵਾਂਗੇ ਤੇ ਕੱਲ੍ਹ ਨੂੰ ਸੌਖੇ ਹੋ ਜਾਵਾਂਗੇ। ਅੱਜ ਅਸੀਂ ਕਸ਼ਟ ਝੱਲ ਲਈਏ, ਕੱਲ੍ਹ ਨੂੰ ਅਸੀਂ ਸੌਖੇ ਹੋ ਜਾਵਾਂਗੇ। ਔਰ ਇਸੇ ਕਰਕੇ ਹੀ ਪੜ੍ਹਾਈਆਂ ਦੇ ਕਸ਼ਟ ਝੱਲਦੇ ਪਏ ਹਾਂ ਤੇ ਕੱਲ੍ਹ ਨੂੰ ਚੰਗੀ ਨੌਕਰੀ ਮਿਲ ਜਾਵੇਗੀ। ਇਸ ਕਰਕੇ ਨੌਕਰੀਆਂ ਦੇ ਕਸ਼ਟ ਝੱਲਦੇ ਪਏ ਹਾਂ, ਕੱਲ੍ਹ ਨੂੰ ਪਰਿਵਾਰ ਦੇ ਵਿੱਚ ਰਹਿਣ ਸਹਿਣ ਚੰਗਾ ਹੋ ਜਾਵੇਗਾ। ਇਸੇ ਕਰਕੇ ਪਰਿਵਾਰ ਦੇ ਵਿੱਚ ਕਸ਼ਟ ਝੱਲਦੇ ਪਏ ਹਾਂ ਵੀ ਘੱਟੋ ਘੱਟ ਅੰਤਲਾ ਸਮਾਂ ਜਿਹੜਾ ਹੈ ਉਹ ਸੁੱਖ ਦੇ ਨਾਲ ਰੋਟੀ ਪਾਣੀ ਖਾ ਲਵਾਂਗੇ। ਖੇਡ ਜਿਹੜੀ ਹੈ ਉਹ ਸਾਡੇ ਸੁੱਖ ਦੇ ਦੁਆਲੇ ਘੁੰਮਦੀ ਪਈ ਹੈ ਵੀ ਸੁੱਖ ਆ ਜਾਵੇ ਜ਼ਿੰਦਗੀ ਦੇ ਵਿੱਚ। ਤੇ ਇਹਨਾਂ ਸੁੱਖਾਂ ਦੀ ਖਾਤਰ ਵੇਖੋ ਅਸੀਂ ਕਈ ਕੁਝ ਕਰਦੇ ਹਾਂ। ਮਹਾਰਾਜ ਜੀ ਨੇ ਤੇ ਇੱਥੋਂ ਤੱਕ ਬੋਲਿਆ ਵੀ ਪ੍ਰਾਪਤ ਤੇ ਅਸੀਂ ਸੁੱਖ ਹੀ ਕਰਨਾ ਚਾਹੁੰਦੇ ਹਾਂ, ਪਰ ਉਸ ਸੁੱਖ ਦੀ ਖਾਤਰ ਅਸੀਂ ਕਿੰਨੇ ਦੁੱਖ ਉਠਾਉਂਦੇ ਹਾਂ। ਅਕਸਰ ਤੇ ਅਸੀਂ ਇਹੋ ਹੀ ਚਾਹੁੰਦੇ ਹਾਂ ਨਾ ਵੀ ਰਾਤ ਨੂੰ ਰੋਟੀ ਖਾ ਕੇ ਸੌਖੇ ਹੋ ਕੇ ਸੌਵਾਂਗੇ, ਨੀਂਦ ਸੌਖੀ ਆਵੇਗੀ। ਗੱਲ ਤੇ ਸਿਰਫ ਇੰਨੀ ਕੁ ਖੇਡ ਹੈ, ਇਹਦੇ ਤੋਂ ਵੱਧ ਖੇਡ ਹੈ ਵੀ ਨਹੀਂ ਹੈ। ਉਹਨੂੰ ਭਾਵੇਂ ਜਿੰਨਾ ਮਰਜ਼ੀ ਵੱਡਾ ਅਸੀਂ ਕਰੇ ਜਾਈਏ। ਪਰ ਮਹਾਰਾਜ ਕਹਿੰਦੇ ਨੇ ਸੁਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਸੁੱਖ ਦੀ ਖਾਤਰ ਕਿੰਨਾ ਬੰਦਾ ਦੁਖੀ ਹੋ ਜਾਂਦਾ ਹੈ, ਕਿੰਨਾ ਦੁਖੀ ਹੋ ਜਾਂਦਾ ਹੈ। ਸੁੱਖ ਆਵੇਗਾ, 10-10 ਘੰਟੇ ਕਿਤਾਬਾਂ ਦੇ ਨਾਲ ਮੱਥਾ ਮਾਰੋ, ਕੱਲ੍ਹ ਨੂੰ ਸੁੱਖ ਆ ਜਾਵੇਗਾ। 8-8 ਘੰਟੇ ਲਗਾਤਾਰ ਚੇਅਰ 'ਤੇ ਬਹਿ ਕੇ ਜੌਬ ਕਰੋ, ਕੱਲ੍ਹ ਨੂੰ ਤੁਸੀਂ ਸੌਖੇ ਹੋ ਜਾਵੋਗੇ, ਤੁਹਾਡਾ ਫਿਊਚਰ ਸੌਖਾ ਹੋ ਜਾਵੇਗਾ। ਇਹ ਨਹੀਂ ਕਿ ਹੋਵੇਗਾ ਨਹੀਂ, ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਹੋ ਹੀ ਜਾਵੇਗਾ। ਸਾਰਿਆਂ ਦੇ ਨਾਲ ਤੇ ਇੱਦਾਂ ਹੁੰਦਾ ਹੀ ਨਹੀਂ। ਮਹਾਰਾਜ ਕੀ ਕਹਿੰਦੇ ਨੇ ਵੀ ਅਸਲ ਦੇ ਵਿੱਚ ਸੁੱਖ ਦੀ ਖਾਤਰ ਅਸੀਂ ਔਖੇ ਹੁੰਦੇ ਹਾਂ, ਦੁਖੀ ਹੁੰਦੇ ਹਾਂ ਵੀ ਸੁੱਖ ਆ ਜਾਵੇ, ਸੁੱਖ ਆ ਜਾਵੇ। ਪਰ ਸਾਡੀ ਹਾਲਤ ਲਗਭਗ ਜ਼ਿੰਦਗੀ ਦੀ ਉੱਦਾਂ ਦੀ ਰਹਿੰਦੀ ਹੈ, ਜਿੰਨੇ ਕੁ ਅਸੀਂ ਸੁਖੀ ਹੁੰਦੇ ਹਾਂ ਓਨੇ ਕੁ ਨਾਲ ਅਸੀਂ ਦੁਖੀ ਵੀ ਹੁੰਦੇ ਰਹਿੰਦੇ। ਤੇ ਫਿਰ ਇੱਦਾਂ ਦੀ ਗੱਲ ਹੋ ਜਾਂਦੀ ਹੈ, ਜਦੋਂ ਸਾਨੂੰ ਕੋਈ ਦੁੱਖ ਲੱਗਾ ਹੋਵੇ, ਫਿਰ ਭਾਵੇਂ ਸਾਡਾ ਕਿੰਨਾ ਵੀ ਸਾਡਾ ਨੇੜੇ ਦਾ ਸੰਬੰਧੀ ਹੋਵੇ, ਕਿੱਡਾ ਵੀ ਨੇੜੇ ਦਾ ਸੰਬੰਧੀ ਹੋਵੇ, ਜ਼ੁਬਾਨੀ ਕਈ ਵਾਰ ਬੋਲਦਾ ਪਿਆ ਹੋਵੇ ਵੀ ਮੈਨੂੰ ਬੜਾ ਦੁੱਖ ਲੱਗਾ ਹੈ, ਮੈਨੂੰ ਬੜਾ ਦੁੱਖ ਹੈ, ਪਰ ਇਸ ਗੱਲ ਨੂੰ ਸੋਚ ਕੇ ਵੇਖਣਾ, ਜਿਹੜੀ ਪੀੜ ਜਾਂ ਜਿਹੜਾ ਕਸ਼ਟ ਉਸ ਦੁੱਖ ਦਾ ਸਾਨੂੰ ਹੈ, ਕਿਸੇ ਹੋਰ ਨੂੰ ਹੈ ਹੀ ਨਹੀਂ ਹੈ। ਮੈਂ ਆਪ ਜੀ ਦੇ ਅੱਗੇ ਇਸ ਬੇਨਤੀ ਨੂੰ ਰੱਖ ਦੇਵਾਂ। ਦਾਤਾਰ ਕਹਿੰਦੇ ਨੇ ਕਬੀਰ ਸੂਖ ਨਾ ਇਹ ਜੁਗ। ਇਹ ਕਬੀਰ ਇਸ ਯੁੱਗ ਦੇ ਵਿੱਚ, ਇਸ ਸਮੇਂ ਦੇ ਵਿੱਚ ਸੁੱਖ ਇਸ ਗੱਲ ਦੇ ਵਿੱਚ ਨਹੀਂ ਹੈ। ਇਹ ਸੁੱਖ ਨਹੀਂ ਨੇ। ਕਿਹੜੀ ਗੱਲ ਦੇ ਵਿੱਚ? ਜਿਹਨੂੰ ਦੁਨੀਆ ਮੰਨਦੀ ਹੈ ਵੀ ਸ਼ਾਇਦ ਇੱਦਾਂ ਸੁੱਖ ਆ ਜਾਂਦਾ ਹੈ, ਤੇ ਉਹ ਹੈ ਕਰਹਿ ਜੇ ਬਹੁਤੈ ਮੀਤ। ਵੀ ਜ਼ਿਆਦਾ ਚੀਜ਼ਾਂ ਨੂੰ ਆਪਣੇ ਮਿੱਤਰ ਬਣਾਓ, ਜ਼ਿਆਦਾ ਚੀਜ਼ਾਂ ਦੇ ਨਾਲ ਆਪਣਾ ਸੰਬੰਧ ਜੋੜੋ। ਮਿੱਤਰ ਦਾ ਮਤਲਬ ਕੀ ਹੁੰਦਾ? ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਹੈ। ਇੱਥੇ ਮਿੱਤਰ ਦਾ ਮਤਲਬ ਹੈ ਸੰਬੰਧੀ, ਜਿਨ੍ਹਾਂ ਦੇ ਨਾਲ ਮੈਂ ਸੰਬੰਧ ਜੋੜਿਆ ਹੈ। ਉਹ ਜੜ ਵੀ ਹੋ ਸਕਦੀਆਂ ਨੇ, ਉਹ ਚੇਤਨ ਵੀ ਹੋ ਸਕਦੀਆਂ ਨੇ, ਉਹ ਕੌਨਸ਼ੀਅਸ ਵੀ ਹੋ ਸਕਦੀਆਂ ਨੇ, ਅਨਕੌਨਸ਼ੀਅਸ ਵੀ ਹੋ ਸਕਦੀਆਂ ਨੇ। ਮੋਬਾਈਲ ਕੌਨਸ਼ੀਅਸ ਨਹੀਂ ਹੈ, ਅਨਕੌਨਸ਼ੀਅਸ ਹੈ, ਪਰ ਸਾਡੀ ਮਿੱਤਰਤਾ ਹੈ ਉਹਦੇ ਨਾਲ। ਗੱਡੀ ਕੌਨਸ਼ੀਅਸ ਨਹੀਂ ਹੈ, ਅਨਕੌਨਸ਼ੀਅਸ ਹੈ, ਸਾਡੀ ਮਿੱਤਰਤਾ ਹੈ ਉਹਦੇ ਨਾਲ। ਇਹਦਾ ਕਿੰਨਾ ਕੁਝ ਹੈ ਜਿਹੜਾ ਕੌਨਸ਼ੀਅਸ ਹੈ। ਕੌਨਸ਼ੀਅਸ ਤੇ ਬੰਦੇ ਹੀ ਨੇ ਨਾ ਲਗਭਗ। ਇਸ ਕਰਕੇ ਬੜਾ ਕੁਝ ਮਿੱਤਰ ਬਣਾ ਲਿਆ ਹੈ, ਬੜਿਆਂ ਦੇ ਨਾਲ ਸੰਬੰਧ ਜੋੜ ਲਿਆ ਹੈ ਵੀ ਸ਼ਾਇਦ ਆਹ ਚੀਜ਼ ਮੈਨੂੰ ਸੁੱਖ ਦੇਵੇਗੀ, ਆਹ ਚੀਜ਼ ਮੈਨੂੰ ਆਨੰਦ ਦੇਵੇਗੀ। ਪਰ ਦਾਤਾਰ ਇਹਨੂੰ ਕੀ ਕਹਿੰਦੇ ਨੇ? ਕਬੀਰ ਸੂਖ ਨਾ ਇਹ ਜੁਗ, ਕਰਹਿ ਜੇ ਬਹੁਤੈ ਮੀਤ। ਜਿੰਨੇ ਜਿੰਨੇ ਅਸੀਂ ਮਿੱਤਰ ਬਣਾਈ ਜਾਵਾਂਗੇ, ਜਿੰਨਿਆਂ ਦੇ ਨਾਲ ਸੰਬੰਧ ਜੋੜੀ ਜਾਵਾਂਗੇ, ਦਾਤਾਰ ਕਹਿੰਦੇ ਸੁੱਖ ਨਹੀਂ ਆਵੇਗਾ ਇਹਨਾਂ ਚੀਜ਼ਾਂ ਦੇ ਵਿੱਚ। ਪਰ ਦਾਤਾਰ ਨੇ ਨਾਲ ਹੀ ਅਗਲੀ ਗੱਲ ਕਰ ਦਿੱਤੀ ਹੈ
ਜੋ ਚਿੱਤ ਰਾਖੇ ਹੈ ਏਕ ਸਿਉ, ਜਿਹੜੇ ਇੱਕ ਮਾਲਕ ਦੇ ਨਾਲ ਚਿੱਤ ਜੋੜਦੇ ਨੇ। ਹਜ਼ੂਰ ਕਹਿੰਦੇ ਤੇ ਸੁਖ ਪਾਵਹਿ ਨੀਤ, ਤੇ ਉਹ ਫਿਰ ਜਿਹੜੇ ਨੇ ਉਹ ਸੁਖ ਪ੍ਰਾਪਤ ਕਰ ਲੈਂਦੇ ਨੇ। ਮੈਂ ਇੱਕ ਬੇਨਤੀ ਸ਼ੁਰੂ ਦੇ ਵਿੱਚ ਆਪ ਜੀ ਦੇ ਚਰਨਾਂ ਦੇ ਵਿੱਚ ਕੀਤੀ ਹੈ। ਸਾਨੂੰ ਕਦੀ ਕਦੀ ਇੰਝ ਲੱਗੇਗਾ ਵੀ ਜਿੰਨਾ ਸਾਡੇ ਆਲੇ ਦੁਆਲੇ ਬੰਦਿਆਂ ਦਾ, ਚੀਜ਼ਾਂ ਦਾ ਖਿਲਾਰਾ ਹੋਵੇਗਾ ਨਾ, ਇਹ ਸਾਡਾ ਦੁੱਖ ਵੰਡ ਲੈਣਗੇ। ਮਾਫ ਕਰਨਾ, ਇਹ ਸਾਡਾ ਸਭ ਤੋਂ ਵੱਡਾ ਇੱਕ ਭੁਲੇਖਾ ਜਿਹਾ ਹੈ। ਸਾਨੂੰ ਭੁਲੇਖਾ ਹੈ। ਹਾਂ, ਅਸੀਂ ਇੱਕ ਦੂਸਰੇ ਨਾਲ ਜੁੜੇ ਹੁੰਦੇ ਹਾਂ, ਸਮਾਜ ਨੇ ਸਾਡਾ ਜੋੜ ਬਣਾਇਆ ਹੈ, ਮੇਲ ਬਣਾਇਆ ਹੈ ਇੱਕ ਦੂਸਰੇ ਨਾਲ। ਸਾਨੂੰ ਹੌਸਲਾ ਜਿਹਾ ਹੋ ਜਾਂਦਾ ਹੈ ਕਿਸੇ ਦੂਸਰੇ ਨੂੰ ਗੱਲ ਕਰਕੇ। ਕਿਸੇ ਬੰਦੇ ਨੂੰ ਮੈਂ ਤੇ ਇਦਾਂ ਇਸ ਗੱਲ ਨੂੰ ਕਹਿਣਾ ਹੁੰਦਾ ਹਾਂ, ਮਹਾਰਾਜ ਕਹਿੰਦੇ ਨੇ ਜਨਨ ਪਿਤਾ ਲੋਕ ਸੁਤ ਬਨਿਤਾ, ਕੋਏ ਨਾ ਕਿਸਕੀ ਧਰਿਆ। ਤੇ ਕੋਈ ਵੀ ਕਿਸੇ ਦੀ ਧਿਰ ਨਹੀਂ ਹੈ। ਠੀਕ ਹੈ, ਸਾਨੂੰ ਸਾਡੇ ਮਾਂ ਪਿਓ ਚੰਗੇ ਨੇ, ਸਾਡੇ ਭੈਣ ਭਰਾ ਚੰਗੇ ਨੇ, ਸਾਡੀ ਇਸਤਰੀ ਚੰਗੀ ਹੈ, ਬੱਚੇ ਚੰਗੇ ਨੇ, ਸਾਰੇ ਹੀ ਚੰਗੇ ਨੇ। ਪਰ ਕਦੀ ਇੱਦਾਂ ਹੋ ਰਿਹਾ ਹੋਵੇ ਕਿ ਵੇਖੋ, ਬੱਚਾ ਘਰੋਂ ਬਾਹਰ ਹੋਵੇ ਤੇ ਮਾਤਾ ਪ੍ਰਸ਼ਾਦਾ ਨਹੀਂ ਛਕਦੀ ਵੀ ਆਪਾਂ ਕੋਈ ਨਹੀਂ ਆਵੇਗਾ ਤੇ ਫਿਰ ਛਕ ਲਵਾਂਗੇ। ਤੇ ਕਦੀ ਇਸ ਗੱਲ ਨੂੰ ਸੋਚ ਕੇ ਵੇਖਿਓ ਵੀ ਕਿਸੇ ਵੇਲੇ ਸਾਡਾ ਛੋਟਾ ਬੱਚਾ ਬਿਮਾਰ ਹੋ ਜਾਵੇ, ਸਾਰੀ ਰਾਤ ਹੋ ਸਕਦਾ ਮਾਂ ਪਿਓ ਜਾਗਦੇ ਰਹਿਣ, ਉਹਨਾਂ ਨੂੰ ਨੀਂਦ ਹੀ ਨਾ ਆਵੇ, ਔਰ ਆਉਂਦੀ ਵੀ ਨਹੀਂ ਹੈ। ਜਿਹੜੇ ਘਰ ਦੇ ਵਿੱਚ ਹੁੰਦੇ ਨੇ ਪਿੱਛੇ, ਉਹਨਾਂ ਨੂੰ ਵੀ ਨੀਂਦ ਨਹੀਂ ਆਉਂਦੀ ਵੀ ਪਤਾ ਨਹੀਂ ਉੱਥੇ ਕੀ ਵਾਪਰਦਾ ਪਿਆ ਹੋਵੇਗਾ, ਵੀ ਫੋਨ ਆਵੇ। ਉਹਨਾਂ ਦਾ ਧਿਆਨ ਸਾਰੀ ਰਾਤ ਉਹਨਾਂ ਦਾ ਵੀ ਉੱਧਰ, ਜਿਹੜੇ ਨਾਲ ਗਏ ਉਹਨਾਂ ਦਾ ਵੀ ਉੱਧਰ। ਪਰ ਜਿਹੜਾ ਬਿਮਾਰੀ ਦੀ ਪੀੜ ਉਠਾ ਰਿਹਾ ਹੈ ਬੱਚਾ, ਉਹ ਸਿਰਫ ਬੱਚੇ ਨੂੰ ਪੀੜ ਹੈ, ਉਹ ਕਿਸੇ ਹੋਰ ਨੂੰ ਪੀੜ ਨਹੀਂ ਹੈ। ਬੱਚੇ ਦੇ ਸਿਰ ਦਰਦ ਹੋ ਰਹੀ ਹੈ ਨਾ, ਤੇ ਬੱਚੇ ਦੇ ਹੀ ਹੋ ਰਹੀ ਹੈ। ਹੁਣ ਮਾਤਾ ਕਵੇ ਵੀ ਮੈਨੂੰ ਬੜਾ ਦੁੱਖ ਹੈ ਬੱਚੇ ਦਾ, ਤੇ ਕੀ ਮਾਤਾ ਸਿਰ ਪੀੜ ਆਪਣੇ ਲਵਾ ਲਵੇਗੀ? ਨਹੀਂ ਲੱਗਦੀ। ਹਾਂ, ਨਾ ਸੌਵੇਂ ਵੱਖਰੀ ਗੱਲ ਹੈ, ਸਾਰੀ ਰਾਤ ਨਾ ਸੌਵੇਂ। ਜਿਹੜਾ ਆਪਣਾ ਆਪਣਾ ਕਸ਼ਟ ਹੈ, ਆਪਣਾ ਆਪਣਾ ਦੁੱਖ ਹੈ ਨਾ, ਉਹ ਆਪਣੇ ਹਿੱਸੇ ਹੀ ਆਉਂਦਾ ਹੈ। ਉਹ ਭਾਵੇਂ ਅਸੀਂ 100 ਜਾਣੇ ਦੇ ਵਿੱਚ ਬੈਠੇ ਹੋਈਏ, ਇਹ ਥੋੜਾ ਵੀ ਹੁਣ 100 ਜਾਣੇ ਦੇ ਵਿੱਚ ਬੈਠੇ ਹਾਂ ਤੇ ਬਾਕੀ ਚੀਜ਼ਾਂ ਦੇ ਵਾਂਗੂ ਥੋੜਾ ਥੋੜਾ ਇਹ ਵੀ ਵੰਡ ਦੇਵਾਂਗੇ, ਇਹ ਨਹੀਂ ਵੰਡਿਆ ਜਾਂਦਾ। ਬੰਦੇ ਨੇ ਇੱਕ ਸੋਰਸ ਬਣਾ ਲਿਆ ਹੈ ਵੀ ਸ਼ਾਇਦ ਜ਼ਿਆਦਾ ਜਾਣਿਆਂ ਦੇ ਵਿੱਚ ਵਿਚਰੋ ਤੇ ਤੁਸੀਂ ਦੁਖੀ ਨਹੀਂ ਹੋਵੋਗੇ, ਸਗੋਂ ਜ਼ਿਆਦਾ ਜਾਣਿਆਂ ਦੇ ਵਿੱਚ ਵਿਚਰ ਕੇ ਤੁਰ ਫਿਰ ਕੇ ਬੰਦਾ ਜ਼ਿਆਦਾ ਦੁਖੀ ਹੋ ਜਾਂਦਾ, ਬੰਦਾ ਜ਼ਿਆਦਾ ਔਖਾ ਹੋ ਜਾਂਦਾ। ਕਿਉਂਕਿ ਅਸੀਂ ਸੁੱਖ ਦਾ ਸੰਬੰਧ ਰੱਖਦੇ ਹਾਂ ਚੀਜ਼ਾਂ ਦੇ ਵਿੱਚੋਂ। ਆਹ ਚੀਜ਼ ਮੈਨੂੰ ਸੁੱਖ ਦੇਵੇਗੀ, ਭਾਵੇਂ ਉਹ ਜਿਉਂਦੀ ਹੈ ਤੇ ਭਾਵੇਂ ਉਹ ਮੁਰਦਾ ਚੀਜ਼ ਹੈ, ਮੈਨੂੰ ਲੱਗਦਾ ਵੀ ਆਹ ਚੀਜ਼ ਮੈਨੂੰ ਸੁੱਖ ਦੇਵੇਗੀ। ਤੇ ਜਿਨ੍ਹਾਂ ਦੇ ਕੋਲ ਚੀਜ਼ਾਂ ਦੇ ਢੇਰ ਲੱਗੇ ਪਏ ਨੇ, ਉਹ ਤੇ ਫਿਰ ਸੌਖੇ ਹੋਣੇ ਹੀ ਚਾਹੀਦੀ ਸੀ, ਉਹ ਤੇ ਔਖੇ ਹੀ ਨਹੀਂ ਸੀ ਹੋਣੇ ਚਾਹੀਦੇ। ਉਹਨਾਂ ਦੀਆਂ ਗੱਲਾਂ ਸੁਣੋ, ਉਹਨਾਂ ਦੇ ਦੁੱਖ ਉਹਦੇ ਤੋਂ ਵੀ ਜ਼ਿਆਦਾ ਖਤਰਨਾਕ। ਕਿਸੇ ਵੇਲੇ ਸਾਨੂੰ ਇੰਝ ਲੱਗਦਾ ਹੋਵੇ ਨਾ ਵੀ ਆਹ ਚੀਜ਼ ਮੇਰੇ ਕੋਲ ਨਹੀਂ ਹੈ, ਜੇ ਕਿਤੇ ਮੇਰੇ ਕੋਲ ਆ ਜਾਵੇ ਤੇ ਫਿਰ ਮੈਂ ਸੌਖਾ ਹੋ ਜਾਣਾ, ਫਿਰ ਮੈਂ ਸੌਖਾ ਹੋ ਜਾਣਾ। ਤੇ ਜਿਨ੍ਹਾਂ ਦੇ ਕੋਲ ਇਹ ਚੀਜ਼ਾਂ ਦੇ ਢੇਰ ਲੱਗੇ ਪਏ ਨੇ, ਸਾਰੇ ਸੌਖੇ ਹੋ ਗਏ ਨੇ। ਵੇਖ ਲਓ ਤੁਸੀਂ, ਕਿੰਨੀ ਵਾਰ ਅਸੀਂ ਇਸ ਗੱਲ ਨੂੰ ਵਿਚਾਰਦੇ ਹਾਂ ਵੀ ਹੁਣ ਜਿਹੜੀਆਂ ਚੀਜ਼ਾਂ ਸਾਡੇ ਕੋਲ ਹੈ ਨੇ, ਹੋ ਸਕਦਾ ਅੱਜ ਤੋਂ 10-12 ਸਾਲ ਪਹਿਲਾਂ ਸਾਡੇ ਕੋਲ ਹੈ ਹੀ ਨਹੀਂ ਸੀ, ਤੇ ਸਾਨੂੰ ਉਦੋਂ ਇੰਝ ਲੱਗਦਾ ਸੀ ਆਹ ਚੀਜ਼ ਕਿਤੇ ਮੈਨੂੰ ਮਿਲ ਗਈ ਨਾ, ਫਿਰ ਮੇਰੀ ਜ਼ਿੰਦਗੀ ਬੜੀ ਸੌਖੀ ਹੋ ਜਾਣੀ ਹੈ, ਫਿਰ ਮੈਂ ਸੌਖਾ ਹੋ ਜਾਣਾ। ਚੀਜ਼ ਮਿਲ ਜਾਂਦੀ ਹੈ, 2-4 ਦਿਨ ਅਸਰ ਰਹਿੰਦਾ, ਫਿਰ ਉਹੀ ਗੱਲ ਸਾਡੀ ਆ ਜਾਂਦੀ ਹੈ। ਜਿੱਥੇ ਦੁੱਖ ਖੜੇ ਸੀ ਉੱਥੇ ਦੁੱਖ ਖੜੇ ਨੇ ਸਾਡੇ। ਜਿੱਦਾਂ ਦੀ ਜ਼ਿੰਦਗੀ ਪਹਿਲਾਂ ਸੀ ਉੱਦਾਂ ਦੀ ਜ਼ਿੰਦਗੀ ਬਾਅਦ ਦੇ ਵਿੱਚ। ਕੋਈ ਵੀ ਚੀਜ਼ ਹੋਵੇ, ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਵੱਡੀ ਤੋਂ ਵੱਡੀ ਗੱਡੀ ਜਾਂ ਕੱਪੜੇ, ਕੋਈ ਵੀ ਚੀਜ਼ ਹੋਵੇ, ਇਹ ਸਿਰਫ ਇੱਥੇ ਖੜੀਆਂ ਹੋਈਆਂ ਨੇ 2-4 ਸੈਕਿੰਡ ਦਾ ਮਨ ਨੂੰ ਸਕੂਨ ਹੈ, ਬਸ। ਇਹਦੇ ਤੋਂ ਵੱਧ ਕੁਝ ਵੀ ਨਹੀਂ ਹੈ। ਜਿੱਦਾਂ ਦੇ ਅਸੀਂ ਹਾਂ, ਅਸੀਂ ਵਾਪਸ ਉੱਦਾਂ ਦੇ ਹੀ ਹੋ ਜਾਵਾਂਗੇ। ਜਿੱਦਾਂ ਦੇ ਅਸੀਂ ਹਾਂ, ਵਾਪਸ ਉੱਦਾਂ ਦੇ ਹੀ ਹੋ ਜਾਵਾਂਗੇ। ਇਸ ਕਰਕੇ ਸੁੱਖ ਜਿਹੜਾ ਹੈ ਨਾ, ਉਹ ਇਸ ਗੱਲ ਦੇ ਵਿੱਚ ਨਹੀਂ ਵੀ ਤੁਹਾਡਾ ਸੰਬੰਧ ਕਿੰਨੀਆਂ ਚੀਜ਼ਾਂ ਦੇ ਨਾਲ ਜੁੜਿਆ ਹੋਇਆ ਹੈ। ਸੁੱਖ ਤੇ ਇਸ ਗੱਲ ਦੇ ਵਿੱਚ ਹੈ, ਵਾਹਿਗੁਰੂ ਬਖਸ਼ਿਸ਼ ਕਰੇ, ਅਸੀਂ ਆਪਣੇ ਆਪ ਤੋਂ ਕਿੰਨੇ ਸੈਟੀਸਫਾਈ ਹਾਂ। ਮੈਂ ਇਕੱਲਾ ਕਿੰਨਾ ਸੁੱਖ ਲੈ ਸਕਦਾ, ਦਾਤਾਰ ਕਿਰਪਾ ਕਰੇ। ਇਕੱਲੇ ਦਾ ਮਤਲਬ ਕੀ ਹੈ? ਆਪਣੇ ਆਪ ਦੇ ਵੱਲ ਆਉਣਾ। ਅੱਜ ਕੱਲ੍ਹ ਦੀ ਜਿਹੜੀ ਹਾਲ ਹੈ, ਤੁਸੀਂ ਆਪਾਂ ਅਕਸਰ ਵਿਚਾਰਦੇ ਹਾਂ, ਤੁਸੀਂ ਵੱਡੀ ਉਮਰ ਵਾਲੇ ਬੈਠੇ ਹੋਏ ਹੋ ਤੇ ਬਿਜਲੀ ਬੰਦ ਹੋ ਜਾਵੇ ਤਾਂ ਤੁਸੀਂ ਸਬਰ ਕਰ ਲੈਣਾ, ਕਿਉਂਕਿ ਤੁਸੀਂ ਵੇਖਿਆ ਵੀ ਬਿਜਲੀਆਂ ਬੰਦ ਹੋ ਜਾਂਦੀਆਂ ਨੇ, ਤੁਹਾਨੂੰ ਕੋਈ ਔਖਾ ਨਹੀਂ ਲੱਗੇਗਾ। ਤੇ ਅੱਗੇ ਵਾਲੀ ਜਨਰੇਸ਼ਨ ਵੇਖ ਲਓ ਹਾਂ, ਫਿਰ ਕੀ ਹੁੰਦਾ, ਕਰ ਸਕਦੀ ਸਬਰ ਇਸ ਗੱਲ ਤੋਂ? ਕਿਉਂ? ਇੱਕ ਚੀਜ਼ ਦੇ ਨਾਲ ਨਵਾਂ ਸੰਬੰਧ ਜੁੜ ਗਿਆ ਹੈ।
ਚਲੋ ਮੈਂ ਕਹਿੰਦਾ ਬਿਜਲੀ ਤੋਂ ਬਿਨਾਂ ਫਿਰ ਵੀ ਸ਼ਾਇਦ ਕਿਤੇ ਗੁਜ਼ਾਰਾ ਹੋ ਜਾਵੇਗਾ। ਜੇ ਅੱਜ ਸਾਡਾ ਇੰਟਰਨੈਟ ਬੰਦ ਹੋ ਜਾਵੇ ਤਾਂ ਕੀ ਬਣੇ ਸਾਡੇ ਅੱਧੀ ਦੁਨੀਆ ਨਾਲੋਂ ਕਨੈਕਸ਼ਨ ਟੁੱਟ ਜਾਣੇ, ਅੱਧੀ ਦੁਨੀਆ ਦੇ ਨਾਲ, ਜੇ ਅੱਜ ਖਤਮ ਹੋ ਜਾਵੇ। ਕਿੰਨੇ ਖਿਲਾਰੇ ਹੋਏ ਨੇ ਅਸੀਂ ਦੁਨੀਆ ਦੇ ਵਿੱਚ। ਇਹ ਨਹੀਂ ਕਿ ਇਹਨਾਂ ਚੀਜ਼ਾਂ ਦੇ ਅਸੀਂ ਅਗੇਂਸਟ ਹਾਂ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਪਰ ਫਜ਼ੂਲ ਦੇ ਖਿਲਾਰੇ ਹੋਏ ਨੇ, ਕੁਝ ਵੀ ਨਹੀਂ ਹੈ। ਆਪ ਜੀ ਨੇ ਪਿਛਲੇ ਸਾਲ ਦੇ ਵਿੱਚ ਇੱਕ ਟਾਈਮ ਕੱਢਿਆ ਹੋਇਆ ਹੈ ਸ਼ਹਿਰਾਂ ਵਾਲਿਆਂ ਨੇ, ਤੇ ਖਾਸ ਕਰਕੇ ਆਪਣੇ ਘਰਾਂ ਦੇ ਵਿੱਚ ਰਹਿ ਕੇ। ਤੇ ਉਦੋਂ ਖਬਰਾਂ ਵੀ ਆਉਂਦੀਆਂ ਸੀ ਵੀ ਭਾਈ ਸਾਰੇ ਕਾਰੋਬਾਰ ਤੇ ਬੰਦ ਕਰਤੇ, ਜੇ ਕਿਤੇ ਇੰਟਰਨੈਟ ਬੰਦ ਹੋ ਗਿਆ ਤਾਂ ਅੱਧੇ ਲੋਕ ਪਾਗਲ ਹੋ ਜਾਣੇ। ਤੇ ਗੱਲ ਵੀ ਸੱਚੀ ਸੀ, ਅੱਧੇ ਲੋਕ ਪਾਗਲ ਹੋ ਜਾਣੇ ਸੀ। ਇੰਨੀ ਫਰਸਟ੍ਰੇਸ਼ਨ ਅੰਦਰ ਹੈ, ਕੱਢਣ ਕਿੱਥੇ? ਇੰਟਰਨੈਟ ਤੇ ਨਿਕਲੇਗੀ, ਕਿਉਂਕਿ ਅੱਗੇ ਕਿਹੜਾ ਕੋਈ ਜਾਣਦਾ, ਜਿੱਥੇ ਮਰਜ਼ੀ ਕੱਢੀ ਜਾਣ। ਤੇ ਮੈਂ ਅਕਸਰ ਇਸ ਗੱਲ ਨੂੰ ਬੋਲਦਾ ਹੁੰਦਾ, ਫੇਸਬੁੱਕ ਦੀ ID ਦੇ ਉੱਤੇ ਜਿੰਨੇ ਹੋਰ ਸੋਸ਼ਲ ਨੈਟਵਰਕ ਨੇ, ਦੌੜ ਲੱਗੀ ਪਈ ਹੈ ਵੀ ਸਾਡੇ ਇੰਨੇ ਮਿੱਤਰ ਬਣ ਜਾਣ, ਸਾਡੇ ਇੰਨੀ ਜਾਣਕਾਰੀ ਹੋ ਜਾਵੇ। ਜੇ ਭਲਾ ਬਣ ਵੀ ਜਾਵੇ, ਕੀ ਹੋਵੇਗਾ ਇਹਨਾਂ ਚੀਜ਼ਾਂ ਦੇ ਨਾਲ? ਤੁਹਾਡੇ ਵਿੱਚੋਂ ਜਿੰਨਿਆਂ ਦੀ ID ਹੋਵੇਗੀ, ਮੇਰੀ ਖੁਦ ਹੈ, ਮੈਂ ਇਸ ਚੀਜ਼ ਦੇ ਵਿਰੁੱਧ ਨਹੀਂ ਹਾਂ, ਇਹ ਚੀਜ਼ਾਂ ਵਰਤਣ ਲਈ ਚਾਹੀਦੀਆਂ ਨੇ। ਪਰ ਜੇ ਬੰਦੇ ਦਾ 5000 ਮਿੱਤਰ ਹੋਵੇ ਤੇ ਬੰਦਾ ਬਿਮਾਰ ਹੋ ਜਾਵੇ ਤੇ 5000 ਚੋਂ 50 ਨਹੀਂ ਪਤਾ ਲੈਣ ਆਉਂਦੇ, ਤੇ ਬੰਦਾ ਐਵੇਂ ਛਾਲਾ ਮਾਰੀ ਜਾਂਦਾ ਮੇਰਾ 5000 ਮਿੱਤਰ ਹੈ, 50 ਨਹੀਂ ਪਤਾ ਲੈਣ ਆਉਂਦੇ। ਤੁਹਾਨੂੰ ਵੀ ਤਾਂ ਪਤਾ ਹੀ ਹੈ। ਤੇ ਰਿਸ਼ਤੇਦਾਰ ਨਹੀਂ ਪਤਾ ਲੈਂਦੇ ਤੇ ਮਿੱਤਰਾਂ ਨੇ ਕਿੱਥੇ ਪਤੇ ਲੈਣੇ ਨੇ? ਪਰ ਬੰਦੇ ਨੂੰ ਲੱਗਦਾ ਵੀ ਵੇਖੋ ਜੀ ਮੇਰੇ ਪਿੱਛੇ ਇੰਨੀ ਪਬਲਿਕ ਫਿਗਰ ਹੈ। ਕੋਈ ਨਹੀਂ ਹੈ, ਬਸ ਗਿਣਤੀਆਂ ਮਿਣਤੀਆਂ ਨੇ, ਤੇ ਤੋਂ ਵੱਧ ਕੁਝ ਵੀ ਨਹੀਂ ਹੈ। ਪਰ ਬੰਦਾ ਇਹਨਾਂ ਹੀ ਚੀਜ਼ਾਂ ਦਾ ਮਾਣ ਵਿਖਾਈ ਜਾਂਦਾ। ਬਾਬਾ ਕਬੀਰ ਕਹਿੰਦੇ ਜਿੰਨਾ ਖਿਲਾਰਾ ਖਿਲਾਰੋਗੇ, ਜੇ ਤੁਸੀਂ ਸੋਚਦੇ ਰਹੇ ਨਾ ਦੁੱਖ ਉਹਨਾਂ ਤੁਹਾਨੂੰ ਸੁੱਖ ਦੇਣਗੇ, ਤੁਹਾਨੂੰ ਦੁੱਖ ਵੀ ਉਹੀ ਦੇ ਕੇ ਜਾਣਗੇ। ਜਿਹੜੀਆਂ ਚੀਜ਼ਾਂ ਤੁਹਾਨੂੰ ਸੁੱਖ ਦੇ ਵੱਲ ਲੈ ਕੇ ਜਾਂਦੀਆਂ ਨੇ, ਦੁੱਖ ਵੀ ਤੁਹਾਨੂੰ ਉਹੀ ਚੀਜ਼ਾਂ ਦੇਣਗੀਆਂ। ਇਹਨੂੰ ਕਿਤੇ ਵੇਖ ਲੈਣਾ। ਮਰਦ ਕਹਿੰਦੇ ਸੁੱਖ ਮੰਗਤ ਦੁੱਖ ਆਗੇ ਆਵੇ। ਅਸੀਂ ਚੀਜ਼ਾਂ ਦੇ ਨਾਲ ਸੰਬੰਧ ਇਸ ਕਰਕੇ ਜੋੜਦੇ ਹਾਂ ਅਸੀਂ ਸੁਖੀ ਹੋਈਏ। ਬਾਅਦ 'ਚ ਕੀ ਹੁੰਦਾ? ਅਸੀਂ ਦੁਖੀ ਹੋਣਾ ਸ਼ੁਰੂ ਹੋ ਜਾਂਦੇ। ਆਪਣੀ ਜ਼ਿੰਦਗੀ ਨੂੰ ਪਿੱਛੇ ਜੇ ਲੈ ਕੇ ਜਾਇਓ ਇਸ ਬਾਰੇ, ਜਿਹੜੀਆਂ ਚੀਜ਼ਾਂ ਸਾਨੂੰ ਲੱਗਦਾ ਸੀ ਵੀ ਬੜਾ ਸੁੱਖ ਦੇਣਗੀਆਂ, ਵੇਖਿਓ ਕਿੰਨਾ ਦੁੱਖ ਦੇ ਕੇ ਗਈਆਂ ਨੇ ਜ਼ਿੰਦਗੀ ਦੇ ਵਿੱਚ। ਹੁਣ ਵੀ ਅਸੀਂ ਵੇਖ ਲਈਏ ਤੇ ਸਾਨੂੰ ਇੰਝ ਲੱਗਦਾ ਆਪਣੀ ਜ਼ਿੰਦਗੀ ਦੇ ਵੱਲ ਵੇਖ ਕੇ ਵੀ ਸ਼ਾਇਦ ਸੁੱਖ ਸਾਡੀ ਜ਼ਿੰਦਗੀ ਦੇ ਵਿੱਚ ਘੱਟ ਨੇ ਤੇ ਦੁੱਖ ਜ਼ਿਆਦਾ ਨੇ। ਇੰਝ ਲੱਗੇਗਾ ਸਾਨੂੰ ਹਮੇਸ਼ਾ ਹੀ। ਮਰਦ ਕਹਿੰਦੇ ਅਸਲ ਦੇ ਵਿੱਚ ਗੱਲ ਇੱਥੇ ਨਹੀਂ ਆ ਕੇ ਮੁੱਕ ਗਈ, ਅਸੀਂ ਸੁੱਖ ਲੈਣ ਦੇ ਤਰੀਕੇ ਹੀ ਗਲਤ ਲੱਭ ਲਏ ਨੇ। ਸਾਨੂੰ ਲੱਗਦਾ ਵੀ ਫਲਾਣੀ ਚੀਜ਼ ਫਲਾਣਾ ਮਟੀਰੀਅਲ ਸੁੱਖ ਦੇਵੇਗਾ। TV ਆਇਆ, ਬੜਾ ਸੁੱਖ ਹੈ। ਬਾਹਰ ਚੈਨਲ ਲਾਉਣ ਤੋਂ ਲੜਾਈ ਹੋ ਗਈ, ਉਹ ਕਹਿੰਦਾ ਮੇਰਾ ਚੈਨਲ ਲਾ, ਉਹ ਕਹਿੰਦਾ ਮੇਰਾ ਚੈਨਲ ਲਾ। ਸੁੱਖ ਦੁੱਖ ਬਣ ਗਿਆ ਨਾ। ਹੁਣ ਤੇ ਚਲੋ TV ਦੇ ਜ਼ਮਾਨੇ ਹੀ ਚਲੇ ਗਏ, ਮੋਬਾਈਲਾਂ ਤੋਂ ਲੜਾਈ ਹੋ ਜਾਂਦੀ ਹੈ। ਇਹਨੂੰ ਹਰ ਇੱਕ ਚੀਜ਼ ਨੂੰ ਸਿਰਫ ਅਤੇ ਉਦਾਹਰਨਾਂ ਲਈਆਂ ਜਾਂਦੀਆਂ ਨੇ। ਕਿਹੜੀ ਚੀਜ਼ ਜਿਹੜੀ ਸੁੱਖ ਤੋਂ ਵੱਧ ਦੁੱਖ ਦੇ ਵਿੱਚ ਨਹੀਂ ਜਾ ਰਹੀ? 50 ਮਿੱਤਰ ਨੇ, ਇੱਕ ਨੇ ਇਹੋ ਜਿਹਾ ਕੰਮ ਕਰ ਦਿੱਤਾ, ਬਦਨਾਮੀ ਨਾਲ ਹੋ ਗਈ। ਦਾਤਾਰ ਕਹਿੰਦੇ ਕਬੀਰ ਸੂਖ ਨਾ ਇਹ ਜੁਗ ਕਰ ਹੈ ਜੋ ਬਹੁਤ ਹੈ ਮੀਤ। ਜਿਨ੍ਹਾਂ ਨੇ ਬੜੇ ਬੜੇ ਲੰਮੇ ਖਿਲਾਰੇ ਨੇ ਨਾ ਵੀ ਮੇਰੇ ਇੰਨੇ ਮਿੱਤਰ, ਇੰਨੀਆਂ ਚੀਜ਼ਾਂ ਦੇ ਨਾਲ ਮੇਰਾ ਸੰਬੰਧ, ਬਾਬਾ ਕਬੀਰ ਕਹਿੰਦੇ ਸੁੱਖ ਲੈ ਹੀ ਨਹੀਂ ਸਕਦੇ। ਔਰ ਆਪ ਜੀ ਦੇ ਅੱਗੇ ਹੋਰ ਗੱਲ ਰੱਖ ਦੇਵਾਂ, ਅੱਜ ਕੱਲ੍ਹ ਜਿਹੜੀ ਮਿੱਤਰਤਾ ਵੀ ਚੱਲਦੀ ਹੈ ਨਾ, ਉਹ ਮਤਲਬ ਦੇ ਉੱਤੇ ਚੱਲਦੀ ਹੋਈ ਹੈ ਵੀ ਕਿੰਨਾ ਦੂਸਰਾ ਮੇਰਾ ਫਾਇਦਾ ਕਰ ਸਕਦਾ ਹੈ, ਫਿਰ ਤੇ ਮਿੱਤਰ ਹੈ। ਜੇ ਨਹੀਂ ਫਾਇਦਾ ਕਰ ਸਕਦਾ ਤਾਂ ਫਿਰ ਮਿੱਤਰਤਾ ਨੂੰ ਮੈਂ ਕੀ ਕਰਨਾ? ਆਪਾਂ ਵੇਖਦੇ ਹੀ ਆ ਨਾ, ਕਿਤੇ ਕੋਈ ਲੀਡਰ ਆਇਆ ਹੋਵੇ ਤਾਂ ਲੋਕੀ ਭੱਜ ਕੇ ਫੋਟੋਆਂ ਨਾਲ ਲਵਾਉਂਦੇ ਨੇ। ਦੀਵਾਰਾਂ 'ਤੇ ਵੀ ਘਰ ਦੇ ਵਿੱਚ ਫੋਟੋਆਂ ਲਵਾਈਆਂ ਹੋਈਆਂ ਨੇ ਵੀ ਫਲਾਣੇ ਲੀਡਰ ਦੇ ਨਾਲ ਮੇਰੀ ਫੋਟੋ ਹੈ। ਪਤਾ ਵੀ ਲੀਡਰ ਤੇ ਕੱਲ੍ਹ ਨੂੰ ਕੁਝ ਫਾਇਦਾ ਕਰੇਗਾ। ਤੇ ਕਿਸੇ ਦਾ ਭਿਖਾਰੀ ਵੀ ਦੋਸਤ ਹੁੰਦਾ, ਕਿਸੇ ਦਾ ਨਹੀਂ ਹੁੰਦਾ। ਕੋਈ ਛੱਡ ਪਰ ਇਹਨੇ ਕੀ ਕਰਨਾ, ਪੈਸੇ ਮੰਗਣੇ ਨੇ, ਇਹਨੇ ਸਾਡਾ ਕੀ ਸਵਾਰਨਾ। ਭਿਖਾਰੀ ਕਿਸੇ ਦਾ ਦੋਸਤ ਨਹੀਂ। ਕੀ ਭਿਖਾਰੀ ਬੰਦਾ ਨਹੀਂ ਕਿ ਜਾਂ ਲੀਡਰ ਖਾਸ ਬੰਦਾ ਹੈ? ਗੱਲ ਇਸ ਗੱਲ ਦੇ ਉੱਤੇ ਮੁੱਕੀ ਹੈ ਵੀ ਭਾਈ ਕੁਝ ਸਾਡਾ ਸਵਾਰੇਗਾ ਤੇ ਸਾਡਾ ਮਿੱਤਰ ਹੈ, ਜੇ ਨਹੀਂ ਸਾਡਾ ਫਾਇਦਾ ਕਰ ਸਕਦਾ ਤਾਂ ਜੋ ਮਰਜ਼ੀ ਹੋਵੇ, ਸਾਡੀ ਮਿੱਤਰਤਾ ਹੈ ਹੀ ਨਹੀਂ ਹੈ ਉਹਦੇ ਨਾਲ। ਔਰ ਇਹਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇੱਦਾਂ ਕਹਿੰਦੇ ਨੇ, ਕਹਿੰਦੇ ਭਾਵੇਂ ਆਪਣੀ ਰਿਸ਼ਤੇਦਾਰੀ ਵੇਖ ਲਓ, ਭਾਵੇਂ ਆਪਣੀ ਮਿੱਤਰਤਾ ਵੇਖ ਲਓ, ਭਾਵੇਂ ਦੁਨੀਆ ਦੇ ਸੰਬੰਧ ਵੇਖ ਲਓ, ਉਹ ਕਿੱਥੇ ਖੜੇ ਹੋਏ ਨੇ? ਜਿੰਨਾ ਪਿੱਛੇ ਮੈਂ ਗਈ, ਜਿੰਨਾ ਪਿੱਛੇ ਹੋਂ ਗਈ ਸੇ ਮੈਂ ਪਿੱਛੇ ਰਵਿਆਸ, ਜਿਨ੍ਹਾਂ ਕੀ ਮੈਂ ਆਸੜੀ ਤਿੰਨਾ ਮਹਿੰਜੀ ਆਸ। ਇਹ ਵੈਸੇ ਸਰਕਲ ਚੱਲਦਾ ਹੈ ਸਾਡੀ ਸੁਸਾਇਟੀ ਦੇ ਵਿੱਚ ਵੀ ਚਲੋ ਇੱਕ ਵੇਲੇ ਇੱਕ ਨੇ ਮਦਦ ਕਰ ਦਿੱਤੀ, ਦੂਸਰੇ ਵੇਲੇ ਦੂਸਰੇ ਨੇ ਮਦਦ ਕਰ ਦਿੱਤੀ। ਇਹ ਚੱਲਦਾ ਰਹਿੰਦਾ ਹੈ ਸੁਸਾਇਟੀ ਦੇ ਵਿੱਚ। ਪਰ ਮਹਾਰਾਜ ਕਹਿੰਦੇ ਹੋ ਕੀ ਰਿਹਾ ਹੈ? ਭਾਈ ਮੈਂ ਜਿਨ੍ਹਾਂ ਦੇ ਕੋਲੋਂ ਮਦਦ ਮੰਗਦਾ ਹਾਂ ਨਾ, ਉਹ ਤਾਂ ਮਦਦ ਕਰਦੇ ਨੇ ਵੀ ਜੇ ਉਹਨਾਂ ਨੂੰ ਯਕੀਨ ਹੋਵੇ ਵੀ ਕੱਲ੍ਹ ਨੂੰ ਇਹ ਵੀ ਮੇਰੀ ਮਦਦ ਕਰੇਗਾ। ਜੇ ਉਹਨੂੰ ਪਤਾ ਵੀ ਇਹਨੇ ਕੱਲ੍ਹ ਨੂੰ ਮਦਦ ਨਹੀਂ ਕਰਨੀ, ਕੌਣ ਕਿਸੇ ਦੀ ਮਦਦ ਕਰਕੇ ਰਾਜੀ? ਕੌਣ ਕਿਸੇ ਨੂੰ ਤਿਆਰ ਕਰਦਾ ਪਿਆ ਹੈ ਇਸ ਪਾਸੇ ਤੋਂ?
ਇਸ ਕਰਕੇ ਜਿਨ੍ਹਾਂ ਪਿੱਛੇ ਹਉ ਗਈ ਸੇ ਮੈਂ ਪਿੱਛੇ ਰਵਿਆਸ, ਜਿਨ੍ਹਾਂ ਦੀ ਮੁਥਾਜੀ ਮੈਂ ਕੱਢਦਾ ਫਿਰਦਾ ਹਾਂ ਵੀ ਆਹ ਮੇਰਾ ਕੁਝ ਸਵਾਰਨਗੇ, ਉਹਨਾਂ ਨੂੰ ਮੇਰੇ ਨਾਲ ਮਤਲਬ ਹੈ। ਹੁਣ ਤੇ ਖਬਰਾਂ ਵੀ ਸਾਹਮਣੇ ਆਉਣ ਲੱਗ ਪਈਆਂ ਨਾ, ਉਹ ਕਹਿੰਦੇ ਵੀ ਬਾਪੂ ਦੀ ਬੜੀ ਸੇਵਾ ਕਰਦੇ ਹੋ। ਇਹ ਬਾਅਦ 'ਚ ਪਤਾ ਲੱਗਦਾ ਵੀ ਬਾਪੂ ਦੀ ਸੇਵਾ ਨਹੀਂ ਹੁੰਦੀ, ਬਾਪੂ ਦੀ ਬੈਂਕ ਵਾਲੀ ਕਾਪੀ ਦੀ ਸੇਵਾ ਹੁੰਦੀ ਹੈ। ਪਤਾ ਵੀ ਕਿਸੇ ਬਾਪੂ ਦੂਜੇ ਘਰ ਦੇ ਵਿੱਚ ਚਲਾ ਗਿਆ ਤੇ ਕਾਪੀ ਵੀ ਨਾਲੇ ਚਲੀ ਜਾਣੀ ਹੈ। ਇਸ ਕਰਕੇ ਸੇਵਾ ਤੋਂ ਵੀ ਲੜਾਈਆਂ ਹੁੰਦੀਆਂ ਨੇ, ਤੇ ਜਿਨ੍ਹਾਂ ਵਿਚਾਰਿਆਂ ਦੇ ਕੋਲ ਕੁਝ ਹੁੰਦਾ ਨਹੀਂ, ਉਹਨਾਂ ਵੱਲ ਵੇਖੋ ਕੀ ਬਣਦਾ ਪਿਆ ਹੁੰਦਾ। ਜਿਨ੍ਹਾਂ ਨੇ ਜਿਉਂਦਿਆਂ ਜਿਉਂਦਿਆਂ ਆਪਣੇ ਉਹ ਸਾਈਨਿੰਗ ਅਥਾਰਟੀ ਗਵਾ ਲਈ ਹੁੰਦੀ ਹੈ ਨਾ, ਉਹਨਾਂ ਦਾ ਨਾਲ ਬਹੁਤ ਮਾੜਾ ਹੋ ਰਿਹਾ ਹੁੰਦਾ, ਔਰ ਜ਼ਿਆਦਾ ਬੁਰਾ ਹੁੰਦਾ ਉਹਨਾਂ ਵਿਚਾਰਿਆਂ ਦੇ ਨਾਲ। ਇਹ ਤੇ ਫਿਰ ਮੈਂ ਕਹਿੰਦਾ ਹੁੰਦਾ ਵੀ ਚਲੋ ਸਾਡੇ ਘਰਾਂ 'ਚ ਡਰ ਹੈ ਥੋੜ੍ਹਾ ਬਹੁਤਾ ਰੱਬ ਦਾ, ਤੇ ਅਸੀਂ ਮਾਂ ਪਿਓ ਦਾ ਸਤਿਕਾਰ ਕਰ ਲੈਂਦੇ ਹਾਂ। ਬਾਹਰ ਨਿਕਲ ਕੇ ਖਬਰਾਂ ਤੇ ਵੇਖੋ ਲੋਕਾਂ ਦੀਆਂ ਕਿੱਦਾਂ ਦੀਆਂ ਆਉਂਦੀਆਂ ਨੇ, ਕੀ ਹਾਲ ਹੋਏ ਪਏ ਨੇ। ਇਹ ਥੋੜ੍ਹਾ ਵੀ ਲੋਕਾਂ ਦੇ ਕੋਲ ਰੋਟੀ ਪਾਣੀ ਘੱਟ ਹੈ, ਚੰਗਾ ਭਲਾ ਰੋਟੀ ਪਾਣੀ ਆ, ਪਰ ਗਵਾ ਲਿਆ ਲੋਕਾਂ ਨੇ ਸਾਰਾ ਕੁਝ। ਮਹਾਰਾਜ ਕਹਿੰਦੇ ਕੁਝ ਫਾਇਦਾ ਹੈ ਤੇ ਬਸ ਸੇਵਾ ਹੋ ਰਹੀ ਹੈ, ਨਹੀਂ ਫਾਇਦਾ ਤੇ ਜਾਵੇ ਆਪਣੇ ਘਰ ਦੇ ਵਿੱਚ, ਸਾਨੂੰ ਉਹਦੇ ਨਾਲ ਕੀ ਮਤਲਬ ਹੈ। ਜਿਨ੍ਹਾਂ ਪਿੱਛੇ ਹਉ ਗਈ ਸੇ ਮੈਂ ਪਿੱਛੇ ਰਵਿਆਸ, ਜਿਨ੍ਹਾਂ ਕੀ ਮੈਂ ਆਸੜੀ ਤੇ ਨਾ ਮਹਿੰਦੀ ਆਸ, ਜਿਨ੍ਹਾਂ ਦੀ ਮੈਨੂੰ ਆਸ ਹੈ ਉਹ ਅੱਗੋਂ ਮੇਰੇ ਤੋਂ ਆਸਾਂ ਲਾ ਕੇ ਬੈਠੇ ਹੋਏ ਨੇ ਵੀ ਤੂੰ ਕੁਝ ਫਾਇਦਾ ਕਰੇਂਗਾ ਤੇ ਤੇਰੀ ਮਿੱਤਰਤਾ ਹੈ, ਨਹੀਂ ਤਾਂ ਤੂੰ ਕਾਹਦਾ ਮਿੱਤਰ ਹੈ ਸਾਡਾ। ਮਿੱਤਰਤਾ ਮਤਲਬ ਦੇ ਉੱਤੇ ਖੜੀ ਹੈ, ਸੁੱਖ ਦੇ ਉੱਤੇ ਮਿੱਤਰਤਾ ਖੜੀ ਹੀ ਨਹੀਂ ਹੈ। ਵੇਖ ਲੈਣਾ ਚੰਗੇ ਭਲੇ ਸੰਬੰਧ ਲੋਕਾਂ ਦੇ ਕਿਉਂ ਟੁੱਟ ਜਾਂਦੇ ਨੇ, ਐਡੇ ਗੂੜੇ ਮਿੱਤਰ ਕਿਉਂ ਟੁੱਟ ਗਏ। ਔਰ ਮੈਂ ਆਪ ਜੀ ਦੇ ਅੱਗੇ ਬੇਨਤੀ ਕਰ ਦੇਵਾਂ, ਅਸਲ ਦੇ ਵਿੱਚ ਮਿੱਤਰ ਸਾਡੇ ਉਹੀ ਬਣਦੇ ਨੇ ਜਿਹੜੇ ਅਸੀਂ ਮਤਲਬ ਤੋਂ ਬਿਨਾਂ ਬਣਾਏ ਹੁੰਦੇ ਨੇ। ਜਿੱਦਾਂ ਛੋਟੇ ਹੁੰਦਿਆਂ ਬਹੁਤ ਵਾਰ ਇੱਦਾਂ ਹੁੰਦਾ ਵੀ ਆਹ ਮੇਰਾ ਬਚਪਨ ਦੇ ਵਿੱਚ ਜਾਂ ਥੋੜ੍ਹਾ ਬਹੁਤਾ 20 ਕੁ ਸਾਲ ਤੋਂ ਪਹਿਲਾਂ ਦਾ ਮੇਰਾ ਮਿੱਤਰ ਬਣਿਆ ਸੀ ਜੀ, ਉਹ ਵੇਖਿਓ ਉਹ ਬੜਾ ਲੰਮਾ ਨਿਭ ਜਾਵੇਗਾ। ਜਿਹੜੇ ਸਾਨੂੰ ਕਾਰੋਬਾਰੀ ਮਿੱਤਰ ਮਿਲਦੇ ਨੇ ਨਾ ਵੀ ਹਾਂ ਆਹ ਮੇਰਾ ਬਿਜ਼ਨਸ ਪਾਰਟਨਰ ਹੈ ਤੇ ਮੇਰਾ ਮਿੱਤਰ ਵੀ ਹੈ, ਮਾੜਾ ਜਿਹਾ ਬਿਜ਼ਨਸ ਇੱਧਰ ਉੱਧਰ ਹੋਵੇ ਸਹੀ, ਵੇਖਿਓ ਮਿੱਤਰਤਾ ਵੀ ਨਾਲੇ ਡਿੱਗ ਪੈਂਦੀ ਹੈ, ਖਤਮ ਹੋ ਜਾਂਦਾ ਸਾਰਾ ਕੁਝ। ਬਿਜ਼ਨਸ ਦੀ ਮਿੱਤਰਤਾ ਹੈ, ਮਿੱਤਰਤਾ ਦੀ ਮਿੱਤਰਤਾ ਨਹੀਂ ਹੈ। ਔਰ ਵੇਖ ਲਓ ਸਾਡੇ ਛੋਟੇ ਹੁੰਦਿਆਂ ਦੇ ਜਿਹੜੇ ਮਿੱਤਰ ਨੇ ਅਜੇ ਤੱਕ ਸਾਡੇ ਨਾਲ ਤੁਰੇ ਫਿਰਦੇ ਨੇ। ਇਹ ਫਰਕ ਹੁੰਦਾ ਕਿਉਂਕਿ ਉਦੋਂ ਮਿੱਤਰਤਾ ਮਤਲਬ ਦੇ ਉੱਤੇ ਨਹੀਂ ਖੜੀ ਹੁੰਦੀ, ਬਾਅਦ ਦੇ ਵਿੱਚ ਮਿੱਤਰਤਾ ਮਤਲਬ ਤੇ ਖੜ ਜਾਂਦੀ ਆ ਵੀ ਇਹ ਮੇਰਾ ਕੀ ਫਾਇਦਾ ਕਰਦਾ ਪਿਆ ਹੈ। ਬਾਬਾ ਕਬੀਰ ਕਹਿੰਦੇ ਨੇ, ਕਬੀਰ ਸੂਖ ਨਾ ਇਹ ਜੁਗ, ਇਹ ਕਬੀਰ ਇਸ ਸਮੇਂ ਦੇ ਵਿੱਚ ਸੁੱਖ ਇਸ ਗੱਲ ਦੇ ਵਿੱਚ ਨਹੀਂ ਹੈ, ਕਰ ਹੈ ਜੋ ਬਹੁਤੈ ਮੀਤ, ਵੀ ਤੁਸੀਂ ਕਿੰਨਾ ਖਿਲਾਰਾ ਖਿਲਾਰਿਆ ਹੈ, ਕਿੰਨੀ ਦੁਨੀਆ ਤੁਹਾਨੂੰ ਜਾਣਦੀ ਹੈ, ਕਿੰਨੀ ਦੁਨੀਆ ਤੁਹਾਡਾ ਮਾਣ ਕਰਦੀ ਪਈ ਹੈ। ਬਾਬਾ ਕਬੀਰ ਕਹਿੰਦੇ ਜੋ ਚਿੱਤ ਰਾਖਿਆ ਹੈ ਏਕ ਸਿਉ ਤੇ ਸੁਖ ਪਾਵੇਂ ਨੀਤ, ਜਿਹੜੇ ਇੱਕ ਮਾਲਕ ਦੇ ਨਾਲ ਆਪਣਾ ਚਿੱਤ ਜੋੜਦੇ ਨੇ ਨਾ, ਅਸਲ ਦੇ ਵਿੱਚ ਸੁੱਖ ਉਹ ਪਾ ਲੈਂਦੇ ਨੇ ਆਪਣੇ ਆਪ ਤੋਂ। ਜਿਹੜੇ ਕਿੰਨੇ ਕੁ ਸੈਟੀਸਫਾਈ ਨੇ, ਇੱਕ ਹੁੰਦੀ ਹੈ ਸੈਲਫ ਸੈਟਿਸਫੈਕਸ਼ਨ, ਬੰਦੇ ਨੂੰ ਇੰਝ ਲੱਗੇ ਵੀ ਮੈਨੂੰ ਉਹ ਸੁੱਖ ਦੇਵੇਗਾ, ਆਹ ਸੁੱਖ ਦੇਵੇਗਾ। ਸਭ ਤੋਂ ਵੱਡਾ ਵਹਿਮ ਹੈ, ਜਦੋਂ ਤੱਕ ਮੈਨੂੰ ਖੁਦ ਤੋਂ ਸੁੱਖ ਨਹੀਂ ਮਿਲਦਾ ਪਿਆ, ਦੁਨੀਆ ਦੀ ਕੋਈ ਚੀਜ਼ ਵੀ ਸੁਖੀ ਨਹੀਂ ਕਰ ਸਕਦੀ। ਬੰਦੇ ਨੂੰ ਖੁਦ ਬੁਖਾਰ ਹੋਵੇ, ਬਾਹਰ ਜਿੰਨੀਆਂ ਮਰਜ਼ੀ ਮਿੱਠੀਆਂ ਚੀਜ਼ਾਂ ਬਣਾਈ ਜਾਓ, ਉਹਦਾ ਮੂੰਹ ਕੌੜਾ ਹੀ ਰਹਿਣਾ। ਇਸ ਕਰਕੇ ਜਿੰਨਾ ਮਰਜ਼ੀ ਖਿਲਾਰ ਲਓ, ਜੇ ਮੈਂ ਦੁਖੀ ਹਾਂ ਤੇ ਬਸ ਦੁਨੀਆ ਵੀ ਦੁੱਖ ਹੀ ਦੇਵੇਗੀ। ਇਸ ਕਰਕੇ ਦਾਤਾਰ ਕਹਿੰਦੇ ਜੋ ਚਿੱਤ ਰਾਖੈ ਏਕ ਸਿਉ, ਜਿਨ੍ਹਾਂ ਨੇ ਬਾਹਰ ਦੇ ਖਿਲਾਰੇ ਘਟਾ ਲਏ ਨੇ ਆਪਣੇ। ਖਿਲਾਰੇ ਦਾ ਮਤਲਬ ਇਹ ਨਹੀਂ ਵੀ ਬੜਿਆਂ ਦੇ ਉੱਤੇ ਮਾਣ ਕਰਦੇ ਪਏ ਹਾਂ, ਨਹੀਂ। ਜੋ ਚਿੱਤ ਰਾਖੈ ਏਕ ਸਿਉ ਤੇ ਸੁਖ ਪਾਵੇਂ ਨੀਤ, ਹਜ਼ੂਰ ਕਹਿੰਦੇ ਉਹ ਹਮੇਸ਼ਾ ਸੁਖ ਪ੍ਰਾਪਤ ਕਰਦੇ ਨੇ। ਫਿਰ ਅਗਲਾ ਬਚਨ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ। ਇਹ ਵੈਸੇ ਬੜਾ ਡੂੰਘਾ ਜਿਹਾ ਸ਼ਬਦ ਹੈ, ਆਪ ਜੀ ਦੇ ਅੱਗੇ ਇਹ ਵੀ ਰੱਖ ਦੇਵਾਂ। ਆਪਾਂ ਅਗਲੀ ਪੰਕਤੀ ਦੇ ਨਾਲ ਇਹਦੇ ਵਿਚਾਰਾਂਗੇ ਤੇ ਦਾਤਾਰ ਕਹਿੰਦੇ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇਹਦੇ ਸਿੱਧੇ ਸਿੱਧੇ ਅਰਥ ਤੇ ਇਹ ਬਣ ਜਾਂਦੇ ਨੇ ਵੀ ਭਾਈ ਜਿਸ ਮਰਨ ਤੋਂ ਸੰਸਾਰ ਡਰਦਾ ਹੈ, ਹਜ਼ੂਰ ਕਹਿੰਦੇ ਨੇ ਮੇਰੇ ਮਨ ਦੇ ਵਿੱਚ ਉਸ ਮਰਨ ਨੂੰ ਸੁਣ ਕੇ ਬੜਾ ਆਨੰਦ ਹੈ। ਜਿਸ ਮਰਨ ਤੋਂ ਦੁਨੀਆ ਡਰਦੀ ਹੈ, ਮੇਰੇ ਮਨ ਦੇ ਵਿੱਚ ਬੜਾ ਆਨੰਦ ਹੈ। ਕਿਉਂ? ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ, ਵੀ ਮਰਨ ਦੇ ਨਾਲ ਹੀ ਪਰਮਾਨੰਦ ਮਿਲ ਜਾਂਦਾ ਹੈ। ਸਿੱਧੇ ਸਿੱਧੇ ਅਰਥ ਤੇ ਇਹ ਨੇ। ਹੁਣ ਜੇ ਇਹ ਸੋਚੀਏ ਵੀ ਮਰਨ ਦੇ ਨਾਲ ਹੀ ਆਨੰਦ ਮਿਲ ਜਾਂਦਾ ਹੈ, ਫਿਰ ਤੇ ਜਿੰਨੇ ਚੜ੍ਹਾਈ ਕਰ ਗਏ ਨੇ ਸਾਰੇ ਆਨੰਦ ਦੇ ਵਿੱਚ ਹੀ ਆਉਣਗੇ। ਫਿਰ ਤੇ ਸਾਰਿਆਂ ਨੂੰ ਫ੍ਰੀ ਦੇ ਵਿੱਚ ਹੀ ਆਨੰਦ ਮਿਲ ਗਿਆ। ਕੀ ਲੋੜ ਹੈ ਪਾਠ ਕਰਨ ਦੀ, ਕਿਉਂਕਿ ਪਤਾ ਵੀ ਮਰਨ ਤੋਂ ਬਾਅਦ ਆਨੰਦ ਮਿਲ ਹੀ ਜਾਣਾ। ਕੀ ਲੋੜ ਹੈ ਧਾਰਮਿਕ ਜ਼ਿੰਦਗੀ ਜੀਣ ਦੀ, ਕੀ ਲੋੜ ਹੈ ਇੰਨੇ ਕਸ਼ਟ ਚੱਲਣ ਦੀ। ਕਰੋ ਇੱਥੇ ਰੱਜ ਕੇ ਧੋਖੇ, ਕਰੋ ਇੱਥੇ ਰੱਜ ਕੇ ਠੱਗੀਆਂ, ਤੇ ਪਤਾ ਵੀ ਮਰਨ ਤੋਂ ਬਾਅਦ ਤੇ ਆਨੰਦ ਮਿਲ ਹੀ ਜਾਣਾ। ਇਹ ਕਿਹੜੇ ਮਰਨ ਦੀ ਗੱਲ ਕੀਤੀ ਗਈ ਹੈ? ਮਹਾਰਾਜ ਤੇ ਕਹਿੰਦੇ ਨੇ ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਵੀ ਕਦੀ ਮਰ ਕੇ ਵੀ ਕਿਸੇ ਨੇ ਮੁਕਤੀ ਪਾਈ ਹੈ, ਕਦੀ ਮਰ ਕੇ ਵੀ ਕਿਸੇ ਨੇ ਆਨੰਦ ਪ੍ਰਾਪਤ ਕੀਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਰੋਜ਼ ਅਸੀਂ ਪੜ੍ਹਦੇ ਹਾਂ
ਦਾਤਾਰ ਕਹਿੰਦੇ ਜਿਹੜੇ ਜਿਉਂਦਿਆਂ ਜੀ ਸੱਚਖੰਡ ਨਹੀਂ ਜਾ ਸਕੇ, ਮਰ ਕੇ ਵੀ ਨਹੀਂ ਜਾ ਸਕਦੇ, ਭਾਵੇਂ ਜਿੰਨਾ ਮਰਜ਼ੀ ਉਹਦੇ ਲਈ ਕੁਝ ਕਰ ਦਿੱਤਾ ਜਾਵੇ, ਕੁਝ ਵੀ ਨਹੀਂ ਕਰ ਸਕਦਾ। ਭਗਤ ਨਾਮਦੇਵ ਨੇ ਇੱਕ ਗੱਲ ਬੋਲੀ ਹੈ ਨਾ, ਮਹਾਰਾਜ ਜੀ ਕਹਿੰਦੇ ਨੇ, ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਸੱਚੇ ਪਾਤਸ਼ਾਹ, ਚੱਲ ਜੇ ਮੈਂ ਮਰ ਵੀ ਗਿਆ ਤੇ ਮਰਨ ਤੋਂ ਬਾਅਦ ਮੈਨੂੰ ਤੂੰ ਮੁਕਤੀ ਦਿੱਤੀ, ਤੇ ਲੋਕਾਂ ਨੂੰ ਕੀ ਪਤਾ ਲੱਗੂਗਾ ਵੀ ਨਾਮਦੇਵ ਮੁਕਤ ਹੋਇਆ ਕਿ ਨਹੀਂ? ਲੋਕਾਂ ਨੂੰ ਤੇ ਜਿਉਂਦੇ ਜੀ ਪਤਾ ਲੱਗਣਾ ਚਾਹੀਦਾ ਵੀ ਨਾਮਦੇਵ ਵਾਕਿਆ ਮੁਕਤ ਹੋਇਆ। ਜਿਉਂਦੇ ਜੀ ਮੁਕਤੀ ਦੀ ਗੱਲ ਕਰਦੀ ਹੈ ਗੁਰਮਤਿ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ, ਵੀ ਮਰਨ ਤੋਂ ਬਾਅਦ ਆਨੰਦ ਮਿਲ ਜਾਂਦਾ ਹੈ। ਇਹ ਸਿੱਧੇ ਸਿੱਧੇ ਅਰਥ ਨਹੀਂ ਨੇ। ਅਸਲ ਦੇ ਵਿੱਚ 3 ਤਰੀਕਿਆਂ ਦੀ ਮੌਤ ਹੁੰਦੀ ਹੈ, 3 ਤਰੀਕਿਆਂ ਦੀ। ਇੱਕ ਹੁੰਦੀ ਹੈ ਸਰੀਰ ਦੀ ਮੌਤ, ਇਹ ਸਾਡੇ ਸਾਰਿਆਂ ਦੇ ਉੱਤੇ ਹੈ, ਜਿਹਨੂੰ ਮਹਾਰਾਜ ਕਹਿੰਦੇ ਨੇ ਘਰ ਘਰ ਇਹੋ ਪਹੁੰਚਾ। ਹਰ ਘਰ ਦੇ ਵਿੱਚ ਹੈ, ਹਰ ਸਮੇਂ ਦੇ ਉੱਤੇ ਹੈ। ਜਦੋਂ ਅਸੀਂ ਗੱਲ ਕਰਦੇ ਪਏ ਸੀ ਉਦੋਂ ਹੀ ਪਤਾ ਨਹੀਂ ਕਿੰਨਿਆਂ ਦੇ ਨਾਲ ਵਾਪਰ ਗਈ। ਸਰੀਰ ਦੀ ਮੌਤ ਸਾਰਿਆਂ ਦੇ ਉੱਤੇ ਹੋਵੇਗੀ, ਕੌਣ ਨਾ ਮੂਆ, ਕੌਣ ਨਾ ਮਰਸੀ। ਪਰ ਇੱਕ ਹੁੰਦਾ ਹੈ ਅਗਲਾ, ਉਹ ਹੁੰਦੀ ਹੈ ਜ਼ਮੀਰ ਦੀ ਮੌਤ। ਸਰੀਰ ਤੇ ਹੈ ਨੇ ਪਰ ਬਸ ਤੁਰਦੀਆਂ ਫਿਰਦੀਆਂ ਲਾਸ਼ਾਂ ਨੇ, ਕੁਝ ਵੀ ਨਹੀਂ। ਬੜੇ ਇੱਦਾਂ ਦੇ ਜ਼ਮੀਰ ਮਾਰ ਕੇ ਜੀਣ ਵਾਲੇ ਬੰਦੇ। ਕਿਤੇ ਆਪਣੀ ਜ਼ਿੰਦਗੀ ਨੂੰ ਅਸੀਂ ਸੋਚ ਕੇ ਵੇਖੀਏ ਨਾ, ਤੇ ਸਾਨੂੰ ਕੋਈ ਬੰਦਾ ਕਵੇ ਨਾ ਵੀ ਮੇਰੀ ਖਾਤਰ ਝੂਠ ਬੋਲ ਦਿਓ, ਅਸੀਂ ਪਤਾ ਕੀ ਕਹਿੰਦੇ ਵੀ ਕਿਉਂ ਝੂਠ ਬੋਲੀਏ? ਇਹਦਾ ਮਤਲਬ ਵੀ ਜੇ ਜ਼ਮੀਰ ਜਿੰਦਾ ਹੈ ਵੀ ਝੂਠ ਬੋਲਣ ਦੀ ਆਦਤ ਨਹੀਂ ਪਈ, ਅਜੇ ਜ਼ਮੀਰ ਜਿੰਦਾ ਹੈ ਵੀ ਮੈਂ ਧੋਖਾ ਨਹੀਂ ਕਰਾਂਗਾ। ਤੇ ਜੇ ਭਲਾ 2-4 ਮਿੰਟਾਂ ਦੇ ਵਿੱਚ ਕਿਸੇ ਦੇ ਪਿੱਛੇ ਲੱਗ ਕੇ ਕਰਤਾ ਧੋਖਾ ਵੀ ਚੱਲ ਸਾਨੂੰ ਤੇ ਪੈਸੇ ਚਾਹੀਦੇ ਨੇ, ਉਹਦਾ ਮਤਲਬ ਕੀ ਹੁੰਦਾ ਵੀ ਜ਼ਮੀਰ ਦਾ ਮਰਿਆ ਹੋਣਾ। ਉਹਨੂੰ ਮਹਾਰਾਜ ਇੱਦਾਂ ਕਹਿੰਦੇ ਨੇ ਵੀ ਭਾਈ ਇਹ ਬੰਦੇ ਖਾਂਦੇ ਪੀਂਦੇ ਵੀ ਬਹੁਤ ਨੇ, ਤੁਰਦੇ ਫਿਰਦੇ ਵੀ ਬੰਦਿਆਂ ਦੇ ਵਾਂਗੂ ਹੀ ਨੇ, ਪਰ ਹੁੰਦੇ ਪਸ਼ੂ ਹੀ ਨੇ, ਹੁੰਦੇ ਢੋਰ ਹੀ ਨੇ। ਆਪ ਜੀ ਦੇ ਸਾਹਮਣੇ ਪੰਕਤੀ ਆ ਜਾਵੇਗੀ। ਮਰਦ ਕਹਿੰਦੇ ਨੇ ਜੇ ਜ਼ਮੀਰ ਨਹੀਂ ਨਾਲ ਤੁਰਦਾ ਪਿਆ, ਬੜੀ ਮਹਿੰਗੀ ਖੇਡ ਹੈ ਵੈਸੇ। ਗੱਲਾਂ ਸੁਣਾ ਜਿਹੜੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ, ਅਸੀਂ ਪੜਾਂਗੇ ਕੱਲ ਜ਼ਮੀਰ ਵਾਲਿਆਂ ਦੇ ਬਾਰੇ ਵੀ, ਬੜੀਆਂ ਖੇਡਾਂ ਨੇ ਕਮਾਲ ਦੀਆਂ। ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ ਢੋਰ। ਜੇ ਸ੍ਰਿਸ਼ਟੀ ਦੇ ਵਿੱਚ ਆਏ ਨੇ ਪਰ ਸਮਝ ਨਹੀਂ ਹੈ ਵੀ ਕਿਉਂ ਆਏ ਆ, ਦਾਤਾਰ ਕਹਿੰਦੇ ਬਸ ਪਸ਼ੂ ਹੀ ਨੇ, ਢੋਰ ਹੀ ਨੇ, ਹੋਰ ਕੀ ਨੇ। ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ ਢੋਰ, ਇਹਨੂੰ ਕਿਹਾ ਜਾਂਦਾ ਹੈ ਜ਼ਮੀਰ ਵੱਲੋਂ ਮਰੇ ਹੋਣੇ ਲੋਕ। ਕਿੰਨਿਆਂ ਦੀ ਗਿਣਤੀ ਤੁਸੀਂ ਦੇਖਦੇ ਜੇ ਆਪਾਂ ਇੱਦਾਂ ਸਮਝ ਲਈਏ, ਚਲੋ ਕਿਉਂਕਿ ਮੈਂ ਉਦਾਹਰਨਾਂ ਉਹੀ ਜ਼ਿਆਦਾ ਰੱਖਦਾ ਹੁੰਦਾ। ਕੋਈ ਬੰਦਾ ਚੜ੍ਹਾਈ ਕਰ ਜਾਵੇ, ਕਿੰਨੇ ਦੁੱਖ ਦੀ ਗੱਲ ਹੈ ਨਾ ਵੀ ਬੰਦਾ ਸੰਸਾਰ ਛੱਡ ਕੇ ਚਲਾ ਗਿਆ, ਛੋਟੀ ਮੋਟੀ ਗੱਲ ਨਹੀਂ ਹੈ। ਭਾਵੇਂ ਕੋਈ ਵੀ ਹੋਵੇ, ਭਾਵੇਂ ਅਸੀਂ ਨਾਮ ਹੀ ਜਾਣਦੇ ਹੋਈਏ, ਕੋਈ ਬੰਦਾ ਚੜ੍ਹਾਈ ਕਰ ਗਿਆ ਹੈ ਤੇ ਉਹਦੇ ਵੱਲ ਵੇਖ ਕੇ, ਉਹਦੀ ਮੌਤ ਦੇ ਵੱਲ ਵੇਖ ਕੇ ਇੱਕ ਵਾਰ ਬੰਦਾ ਨਾ ਕੰਬ ਜਾਂਦਾ ਹੈ ਵੀ ਵਾਕਿਆ ਇਹ ਬੜਾ ਔਖਾ ਹੋ ਗਿਆ ਜ਼ਿੰਦਗੀ ਦੇ ਵਿੱਚ। ਪਰ ਮਾਫ਼ ਕਰਨਾ, ਸ਼ਮਸ਼ਾਨ ਘਾਟ ਦੇ ਵਿੱਚ ਵੀ ਇੱਦਾਂ ਦੇ ਲੋਕ ਬੈਠੇ ਹੁੰਦੇ ਨੇ, ਸਾਹਮਣੇ ਉਹ ਚੜ੍ਹਾਈ ਕੀਤਾ ਹੁੰਦਾ, ਟੱਬਰ ਰੋ ਰਿਹਾ ਹੁੰਦਾ ਤੇ ਉਹ ਪਿੱਛੇ ਦੰਦ ਕੱਢਦੇ ਪਏ ਹੁੰਦੇ। ਇਹਨੂੰ ਕੀ ਕਵਾਂਗੇ ਅਸੀਂ? ਇੱਥੇ ਗੁਰਦੁਆਰੇ 'ਚ ਹੋ ਜਾਂਦਾ। ਮੈਂ ਤਾਂ ਕਈ ਵਾਰ ਕਹਿੰਦਾ ਹੁੰਦਾ, 1-2 ਵਾਰ, ਤੇ ਮਾਫ਼ ਕਰਨਾ, ਇਹਨੂੰ ਇਹ ਨਹੀਂ ਵੀ ਕਿਸੇ ਦੇ ਨਾਲ ਜਿੰਨਾ ਕਿਸੇ ਨੂੰ ਦੁੱਖ ਹੈ ਬਸ ਉਹਨਾਂ ਲੋਕੀ ਸਮਝਦੇ ਨੇ, ਬਾਕੀ ਦੇ ਦਾਲਾਂ ਰੋਟੀਆਂ ਹੀ ਖਾਣ ਆਏ ਹੁੰਦੇ ਨੇ ਵੀ ਉਹਨੇ ਚੰਗੀ ਖਵਾਤੀ ਤੇ ਉਹਨੇ ਘੱਟ ਖਵਾਤੀ। ਇਹ ਅਸੀਂ ਐਵੇਂ ਖਿਲਾਰ ਲੈਨੇ ਨੇ ਵੀ ਮੇਰੇ ਮਰਨ ਤੇ 50 ਜਣੇ ਵੱਧ ਆਏ ਸੀ, ਕੀ ਹੋ ਗਿਆ ਵੱਧ ਆ ਗਏ, ਕੀ ਕਰ ਲਿਆ ਉਹਨਾਂ ਨੇ? ਉਹ ਪਿੱਛੇ ਗੱਪਾਂ ਮਾਰ ਕੇ ਮੁੜ ਜਾਂਦੇ ਨੇ। ਵੇਖ ਲੈਣਾ ਤੁਸੀਂ, ਜੇ ਨਹੀਂ ਹੋਏਗਾ ਤੁਹਾਨੂੰ। ਅਗਲੇ ਰੋ ਰਹੇ ਹੁੰਦੇ ਨੇ, ਜਿਨ੍ਹਾਂ ਦੇ ਟੱਬਰ ਨਾਲ ਵਾਪਰਿਆ ਹੁੰਦਾ ਉਹ ਰੋ ਰਹੇ ਹੁੰਦੇ ਨੇ, ਉਹ ਪਿੱਛੋਂ ਦੰਦ ਕੱਢ ਕੇ ਮੁੜ ਜਾਂਦੇ ਨੇ ਵੀ ਕਦੋਂ 4 ਵਜਣ ਤੇ ਘਰ ਨੂੰ ਮੁੜੀਏ। ਇਹ ਹਾਲਤ ਹੈ ਦੁਨੀਆ ਦੀ। ਔਰ ਵੇਖੋ, ਕਿਸੇ ਥਾਂ ਦੇ ਉੱਤੇ ਰੱਬ ਨਾ ਕਰੇ, ਇਹ ਮੰਦਿਰ ਦੇ ਵਿੱਚ ਵੀ ਹੋ ਸਕਦਾ, ਗੁਰਦੁਆਰੇ ਵਿੱਚ ਵੀ ਹੋ ਸਕਦਾ ਹੈ, ਮਸਜਿਦ ਦੇ ਵਿੱਚ ਵੀ ਹੋ ਸਕਦਾ ਹੈ, ਕੋਈ ਬੱਸ ਦੇ ਵਿੱਚ ਵੀ ਹੋ ਸਕਦਾ ਹੈ। ਕਿਤੇ ਇਕੱਠਾ ਕੁਝ ਹੋ ਗਿਆ ਤੇ ਲੋਕ ਚੜ੍ਹਾਈ ਕਰ ਗਏ। ਕਿੰਨੇ ਲੋਕ ਜੀ? 20 ਜਣੇ ਚੜ੍ਹਾਈ ਕਰ ਗਏ, 25 ਜਣੇ ਚੜ੍ਹਾਈ ਕਰ ਗਏ। ਤੇ ਉੱਥੇ ਵੇਖਿਓ ਤੁਸੀਂ ਖਬਰਾਂ ਲੋਕਾਂ ਦੀਆਂ ਕਿੱਦਾਂ ਦੀਆਂ ਹੁੰਦੀਆਂ ਨੇ। ਜੇ ਕਿਤੇ ਫੇਸਬੁੱਕ ਤੇ ਖਬਰ ਹੋਵੇ, ਉਹ ਹੱਸ ਕੇ ਕਹਿ ਦਿੰਦੇ ਵੀ ਚਲੋ ਸ਼ੁਕਰ ਹੋਇਆ ਮਰ ਗਏ। ਤੁਸੀਂ ਵੇਖੋ, ਕਿਸੇ ਦੇ ਮਰਨ ਦੇ ਉੱਤੇ ਬੰਦਾ ਇਹ ਗੱਲ ਕਹਿ ਦੇਵੇ ਤੇ ਇਹਨੂੰ ਕੀ ਕਹੇ ਵੀ ਉਹ ਬੰਦਾ ਖੁਦ ਨਹੀਂ ਮਰਿਆ ਹੋਵੇਗਾ, ਕਿੰਨੀ ਮਰੀ ਜ਼ਮੀਰ ਵਾਲਾ ਬੰਦਾ ਹੋਵੇਗਾ। ਇਹਨੂੰ ਕਿਹਾ ਜਾਂਦਾ ਜ਼ਮੀਰ ਦੇ ਮਰੇ ਹੋਏ ਲੋਕ। ਮਤਲਬ ਹੀ ਨਹੀਂ ਵੀ ਕੋਈ ਬੰਦਾ ਚਲਾ ਗਿਆ ਹੈ ਤੇ ਥੋੜ੍ਹਾ ਜਿਹਾ ਕਿਤੇ ਉਹਦੇ ਦੁੱਖ ਦੇ ਨਾਲ ਖੜੇ ਹੋ ਜਾਈਏ, ਉਹਨੂੰ ਕਿਹਾ ਜਾਂਦਾ ਜ਼ਮੀਰ ਦਾ ਮਰਨਾ। ਇੱਕ ਹੁੰਦਾ ਹੈ ਸਰੀਰ ਦਾ ਮਰਨਾ, ਇਹ ਸਾਰਿਆਂ ਦੇ ਉੱਤੇ ਹੈ। ਇੱਕ ਹੁੰਦਾ ਹੈ ਜ਼ਮੀਰ ਦਾ ਮਰਨਾ, ਇਹ ਕਿਸੇ ਵਿਰਲੇ ਦੇ ਉੱਤੇ ਜ਼ਿੰਦਗੀ ਹੁੰਦੀ ਹੈ, ਨਹੀਂ ਤੇ ਬਹੁਤੇ ਲੋਕ ਇੱਦਾਂ ਹੀ ਤੁਰੇ ਫਿਰਦੇ ਨੇ ਸਾਡੇ ਸਮਾਜ ਦੇ ਵਿੱਚ। ਫਿਰ ਇੱਕ ਤੀਸਰਾ ਹੁੰਦਾ ਹੈ ਸ਼ਬਦ ਦਾ ਮਰਨਾ, ਸ਼ਬਦ ਦੇ ਵਿੱਚ ਆਪਣੇ ਆਪ ਨੂੰ ਖਤਮ ਕਰਨਾ। ਮਰਦ ਕਹਿੰਦੇ ਨੇ ਭਾਈ ਅਸਲ ਦੇ ਵਿੱਚ ਸਾਡੀ ਜਿਹੜੀ ਹਾਲਤ ਹੈ ਨਾ, ਸਾਨੂੰ ਸ਼ਬਦ ਦੇ ਵਿੱਚ ਮਰਨਾ ਬੜਾ ਔਖਾ ਲੱਗਦਾ।
ਆਹ ਜਿਹੜਾ ਬਾਕੀ ਮਰਨਾ ਹੋਵੇ, ਸਾਡਾ ਜੀ ਕਰੇ ਨਾ ਕਰੇ, ਅਸੀਂ ਮਰ ਹੀ ਜਾਣਾ। ਮਹਾਰਾਜ ਇਦਾਂ ਕਹਿੰਦੇ ਨੇ ਨਾ ਵੀ ਜਗ ਮਰਨ ਨਾ ਪਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜਿਆ ਲੈ ਜਾਏ ਜੀਓ। ਮੇਰਾ ਖੁਦ ਹੋਵੇ, ਕਿਹਦਾ ਜੀ ਕਰਦਾ ਵੀ ਦੁਨੀਆ ਛੱਡ ਕੇ ਚਲੇ ਜਾਈਏ? ਕਿਸੇ ਦਾ ਵੀ ਨਹੀਂ ਕਰਦਾ। ਮੈਂ ਤਾਂ ਕਹਿੰਦਾ ਹਾਂ ਵੀ ਵਾਹਿਗੁਰੂ ਨੇ ਇੰਨੀ ਪ੍ਰਬਲ ਇੱਛਾ ਪਾਈ ਹੋਈ ਹੈ ਵੀ ਕੋਈ 6 ਮਹੀਨਿਆਂ ਤੋਂ ਬੈੱਡ ਦੇ ਉੱਤੇ ਵੀ ਪਿਆ ਹੋਇਆ ਹੈ ਨਾ, ਜਿਹੜਾ ਆਪਣੇ ਆਪ ਉੱਠ ਕੇ ਕੁਝ ਨਹੀਂ ਸੰਭਾਲ ਸਕਦਾ ਆਪਣਾ, ਉਹਦੇ ਅੰਦਰ ਵੀ ਮਾਲਕ ਨੇ ਇੱਛਾ ਪਾਈ ਹੋਈ ਹੈ ਵੀ ਨਹੀਂ, ਮੈਂ ਠੀਕ ਹੋ ਜਾਣਾ ਚਾਹੁੰਦਾ, ਮੈਂ ਠੀਕ ਹੋ ਜਾਣਾ ਚਾਹੁੰਦਾ ਹੈ। ਇਹ ਜੀਣ ਦੀ ਪ੍ਰਬਲ ਇੱਛਾ ਹੈ, ਰੱਬ ਦੇ ਵੱਲੋਂ ਪਾਈ ਹੋਈ ਹੈ। ਜੀ ਨਹੀਂ ਕਿਸੇ ਦਾ ਵੀ ਕਰਦਾ ਇਸ ਦੁਨੀਆ ਨੂੰ ਛੱਡਣ ਦੇ ਲਈ, ਪਰ ਵੇਖ ਲਓ ਫਿਰ ਧੱਕੇ ਨਾਲ ਹੀ ਤੋਰ ਲਿਆ ਜਾਂਦਾ ਕਿ ਨਹੀਂ। ਮਹਾਰਾਜ ਕਹਿੰਦੇ ਨੇ, ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜਿਆ, ਚੁਣ ਵਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ ਮੋਹ ਕਾਲਿਆ, ਦੁਜ਼ਕ ਚਾਲਿਆ, ਲਿਖ ਨਾਵੇਂ ਧਰਮ ਬਹਾਲਿਆ। ਜਾਂ ਅਸੀਂ ਇੱਕ ਗੱਲ ਪੜ੍ਹਦੇ ਹਾਂ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤਹ ਦਿਲ ਹੇਤ ਨਾ ਦਾਨੀ, ਗੁਰੂ ਨਾਨਕ ਸਾਹਿਬ ਮਹਾਰਾਜ। ਬਸ ਕਹਿੰਦੇ ਫੜ ਕੇ ਅੱਗੇ ਲਾ ਲਿਆ, ਜੀ ਕਰਦਾ ਪਿਆ ਸੀ, ਨਹੀਂ ਕਰਦਾ ਪਿਆ ਸੀ, ਕੋਈ ਮਤਲਬ ਨਹੀਂ ਇਹਨਾਂ ਗੱਲਾਂ ਦੇ ਨਾਲ, ਬਸ ਉਹਨੇ ਤੋਰਨਾ ਸੀ ਤੇ ਤੋਰ ਲਿਆ। ਦੂਸਰੀ ਗੱਲ ਸੀ ਸ਼ਬਦ ਦੇ ਵਿੱਚ ਮਰਨਾ। ਸਾਡੇ ਨਾਲ ਹੁੰਦਾ ਕੀ ਹੈ, ਅਸੀਂ ਚਾਹੁੰਦੇ ਤੇ ਹਾਂ, ਮੈਂ ਆਪਣੀ ਗੱਲ ਹੀ ਕਰ ਦੇਵਾਂ, ਚਾਹੁੰਦੇ ਤੇ ਹਾਂ ਵੀ ਜ਼ਿੰਦਗੀ ਦੇ ਵਿੱਚ ਮਤਲਬ ਸ਼ਬਦ ਸਿੱਧੇ ਸਿੱਧੇ ਨੇ ਵੀ ਰੱਬ ਪ੍ਰਗਟ ਹੋ ਜਾਵੇ, ਚਾਹੁੰਦੇ ਤੇ ਹਾਂ ਵੀ ਬੰਦਗੀ ਬੜੀ ਸਾਡੀ ਅੱਗੇ ਨਿਕਲ ਜਾਵੇ, ਚਾਹੁੰਦੇ ਤੇ ਹਾਂ ਵੀ ਭਗਤੀ ਬੜੀ ਕਰ ਲਈਏ, ਚਾਹੁੰਦੇ ਤੇ ਹਾਂ ਵੀ ਸੇਵਾ ਬੜੀ ਕਰ ਲਈਏ। ਪਰ ਜਦੋਂ ਕਰਨ ਦਾ ਮੌਕਾ ਆਉਂਦਾ ਹੈ ਉਦੋਂ ਅਸੀਂ ਕਰ ਨਹੀਂ ਪਾਉਂਦੇ। ਸਾਡੇ ਮਨ 'ਚ ਹੋਵੇਗਾ ਵੀ ਬੜੀ ਬਾਣੀ ਪੜ੍ਹਨੀ ਚਾਹੀਦੀ ਹੈ, ਜਦੋਂ ਪੜ੍ਹਨ ਦਾ ਮੌਕਾ ਆਉਂਦਾ ਫਿਰ ਵੇਖੋ ਅਸੀਂ ਕੀ ਕਰਦੇ ਹਾਂ, ਅੱਧੇ ਘੰਟੇ 'ਚ ਸਾਨੂੰ ਲੱਗਣ ਲੱਗ ਪੈਂਦਾ ਵੀ ਇੰਨਾ ਤੇ ਪੜ੍ਹ ਲਿਆ, ਹੋਰ ਕਿੰਨਾ ਕੁ ਪੜ੍ਹੀ ਜਾਣਾ। ਸੇਵਾ ਕਰਨ ਨੂੰ ਬੜਾ ਚਾਅ ਹੈ, ਅੱਧਾ ਘੰਟਾ ਸੇਵਾ ਕੀਤੀ, ਲੱਗਣ ਲੱਗ ਪੈਂਦਾ ਵੀ ਬਹੁਤ ਜ਼ਿਆਦਾ ਹੋ ਗਈ ਹੈ, ਬਹੁਤ ਕੁਝ ਕਰ ਲਿਆ। ਇਹਦਾ ਮਤਲਬ ਹੈ ਵੀ ਸਾਨੂੰ ਪਤਾ ਤੇ ਹੈ ਵੀ ਮੁਕਤੀ ਇਸੇ ਤਰੀਕੇ 'ਚ ਕਰਕੇ ਹੀ ਹੈ, ਵੀ ਮਰਨਾ ਜਿਹੜਾ ਹੈ ਨਾ ਉਹ ਸੇਵਾ ਦੇ ਵਿੱਚ ਹੀ ਹੈ। ਮਰਨਾ ਤੇ ਇੱਦਾਂ ਹੀ ਪੈਣਾ ਹੈ ਵੀ ਆਪਣੇ ਆਪ ਨੂੰ ਵਾਪਸ ਤੇ ਖਿੱਚਣਾ ਪੈਣਾ ਹੀ ਪੈਣਾ ਹੈ। ਪਰ ਜਦੋਂ ਮੌਕਾ ਆਉਂਦਾ ਫਿਰ ਸਾਡਾ ਜੀ ਨਹੀਂ ਕਰਦਾ। ਉਹਨੂੰ ਬਾਬਾ ਕਬੀਰ ਕਹਿੰਦੇ ਨੇ, ਜਿਹ ਮਰਨੈ ਸਭ ਜਗਤ ਤਰਾਸਿਆ, ਜਿਸ ਮਰਨ ਤੋਂ ਸਾਰੀ ਦੁਨੀਆ ਤਰਾਸ ਤਰਾਸ ਕਰਦੀ ਹੈ। ਵੇਖੋ ਨਾ, ਮਰਨ ਦਾ ਮਤਲਬ ਇਹ ਨਹੀਂ ਹੈ ਵੀ ਸਾਹ ਬੰਦ ਕਰ ਦੇਣੇ। ਸੰਗਤ ਦੇ ਵਿੱਚ ਬੈਠ ਕੇ ਜਦੋਂ ਅਸੀਂ ਬੈਠਦੇ ਹਾਂ, ਜੇ ਕਿਤੇ ਸੌਖੀ ਜੀ ਖੇਡ ਥੋੜ੍ਹਾ ਕਥਾ ਕਰ ਲੈਣੀ ਤੇ ਸੌਖੀ ਇਸ ਗੱਲੋਂ ਵੀ ਮੈਨੂੰ ਪਤਾ ਮੈਂ ਬੋਲਦਾ ਪਿਆ ਤੇ ਇਸ ਕਰਕੇ ਮੇਰੇ ਤੇ 40 ਮਿੰਟ ਬੜੇ ਸੌਖੇ ਲੱਗ ਜਾਂਦੇ ਨੇ। ਸੁਣਨਾ ਹੋਵੇ ਨਾ 40 ਮਿੰਟ ਬੜਾ ਔਖਾ ਖੇਡ ਹੈ, ਬੜੀ ਔਖੀ ਖੇਡ ਹੈ ਸੁਣਨਾ। ਮੈਂ ਤੁਹਾਡੇ ਚਰਨਾਂ ਤੇ ਨਮਸਕਾਰ ਕਰਦਾ ਵੀ ਸਾਡੇ ਵਰਗਿਆਂ ਨੂੰ ਬਰਦਾਸ਼ਤ ਕਰ ਲੈਂਦੇ ਜੇ, ਤੁਸੀਂ ਸੁਣ ਲੈਂਦੇ ਜੇ ਸਾਡੇ ਵਰਗਿਆਂ ਨੂੰ। ਸੁਣਨਾ ਉਹਦੇ ਤੋਂ ਵੀ ਔਖਾ ਹੈ, ਬੋਲਣ ਦੇ ਨਾਲੋਂ ਸੁਣਨਾ ਜ਼ਿਆਦਾ ਔਖਾ ਹੈ। ਪਰ ਕਦੀ ਇਸ ਨੂੰ ਸੋਚਿਓ, ਕਿੰਨੀਆਂ ਮਨ ਦੀਆਂ ਖਾਹਿਸ਼ਾਂ ਮਾਰ ਕੇ ਤੇ ਅਸੀਂ ਸੰਗਤ ਦੇ ਵਿੱਚ ਬੈਠੇ ਹੋਏ ਹਾਂ, ਸਾਨੂੰ ਲੱਗੇ ਵੀ ਸਾਡੇ ਮਨ ਦਾ ਕਾਬੂ ਨਹੀਂ ਆਉਂਦਾ, ਹੋਰ ਕੀ ਚਾਹੁੰਦੇ ਹਾਂ ਅਸੀਂ। ਕਿੰਨੇ ਨਾਟਕ ਛੱਡ ਕੇ, ਉਹ ਘੱਟੋ ਘੱਟ ਬਹੁਤਾ ਨਹੀਂ ਤਾਂ ਘੰਟਾ ਡੇਢ ਘੰਟਾ ਤਾਂ ਮੋਬਾਈਲ ਤੋਂ ਖਹਿੜਾ ਛੱਡ ਕੇ ਬੈਠੇ ਹੀ ਆ ਨਾ। ਇੱਥੇ ਸੰਗਤ ਦੇ ਵਿੱਚ ਹੀ ਆ ਕੇ ਬੈਠਦੇ ਨੇ, ਵਾਹਿਗੁਰੂ ਜੀ ਕਿਰਪਾ ਕਰਨ। ਆਸਾ ਦੀ ਵਾਰ ਸ਼ੁਰੂ ਹੋਣ ਤੋਂ ਪਹਿਲਾਂ ਬੈਠ ਜਾਂਦੇ ਨੇ, ਆਸਾ ਦੀ ਵਾਰ ਦੇ ਨਾਲ ਹੀ ਖਤਮ ਉੱਠਦੇ ਨੇ, ਉਹ ਵੀ ਤਾਂ ਹੈ ਹੀ ਨੇ ਨਾ। ਕਿੰਨਾ ਮਨ ਨੂੰ ਕੰਟਰੋਲ ਕਰਕੇ ਬੈਠੇ ਹੁੰਦੇ, ਹੁਣ ਵੀ ਤਾਂ ਅਸੀਂ ਬੈਠੇ ਹੀ ਆ ਨਾ। ਕਿੰਨਾ ਮਨ ਨੂੰ ਕੰਟਰੋਲ ਕਰਕੇ ਬੈਠਣਾ। ਪਰ ਜੇਕਰ ਉੱਦਾਂ ਕੋਈ ਸਾਨੂੰ ਕਵੇ ਵੀ ਬੈਠੋ, ਫਿਰ ਜੀ ਨਹੀਂ ਕਰਦਾ ਬੈਠਣ ਨੂੰ, ਔਖਾ ਹੋ ਜਾਂਦਾ ਵੀ ਇੰਨਾ ਟਾਈਮ ਬੈਠ ਜਾਣਾ। ਮਹਾਰਾਜ ਕਹਿੰਦੇ, ਜਿਹੇ ਮਰਨੈ ਸਭ ਜਗਤ ਤਰਾਸਿਆ। ਅਸਲ ਦੇ ਵਿੱਚ ਜਿਹੜੇ ਮਰਨ ਤੋਂ ਸਾਰੀ ਦੁਨੀਆ ਤਰਾਹ ਤਰਾਹ ਕਰਦੀ ਹੈ ਨਾ ਵੀ ਨਹੀਂ, ਕਿੱਥੇ ਬੈਠਾਂਗੇ ਜਾ ਕੇ, ਕਿਉਂ ਸੇਵਾ ਕਰਾਂਗੇ, ਕੀ ਕਰਨਾ ਬਾਣੀ ਸੁਣ ਕੇ। ਸਾਨੂੰ ਇੰਝ ਲੱਗਦਾ ਵੀ ਉੱਥੇ ਜਾ ਕੇ ਬੈਠਾਂਗੇ ਤਾਂ ਅਸੀਂ ਮਰ ਜਾਵਾਂਗੇ, ਕਿਉਂਕਿ ਪਹਿਲੀਆਂ ਬਣੀਆਂ ਆਦਤਾਂ ਜਦੋਂ ਛੱਡਦੇ ਆ ਨਾ ਤੇ ਸਾਨੂੰ ਲੱਗਦਾ ਵੀ ਹਾਏ ਇਹ ਤੇ ਸਾਡਾ ਆਪਣਾ ਆਪ ਦਾ ਮਰਨ ਹੋ ਜਾਂਦਾ। ਮੈਂ ਸਿੱਧੇ ਲਫ਼ਜ਼ ਵਰਤਦਾ ਪਿਆ ਹਾਂ, ਪੰਜਾਬੀ ਦੇ ਵਿੱਚ ਇਹਨੂੰ ਇੱਦਾਂ ਹੀ ਬੋਲਿਆ ਜਾਂਦਾ। ਕਿਸੇ ਨੂੰ ਕੋਈ ਗਲਤ ਆਦਤ ਪੈ ਜਾਵੇ, ਉਹਦੀ ਆਦਤ ਛਡਾਉਣੀ ਹੋਵੇ ਤਾਂ ਉਹਨੂੰ ਇੰਝ ਲੱਗਦਾ ਵੀ ਜੇ ਮੈਂ ਇਹ ਕੰਮ ਨਾ ਕੀਤਾ ਤਾਂ ਉਹਨੂੰ ਲੱਗਦਾ ਵੀ ਮੈਂ ਕਮਜ਼ੋਰ ਹੋ ਰਿਹਾ ਹਾਂ, ਮੈਂ ਖਤਮ ਹੋ ਰਿਹਾ ਹਾਂ। ਉਹਨੂੰ ਮਹਾਰਾਜ ਕਹਿੰਦੇ ਵੀ ਪਤਾ ਤੇ ਹੈ ਵੀ ਭਾਈ ਸਾਡੀ ਮੁਕਤੀ ਜਿਹੜੀ ਹੈ ਨਾ ਸ਼ਬਦ ਦੇ ਵਿੱਚ ਹੋ ਕੇ ਹੀ ਖਤਮ ਹੋਣੀ ਹੈ, ਸ਼ਬਦ ਨੂੰ ਸਮਝ ਕੇ ਹੀ ਖਤਮ ਹੋਣੀ ਹੈ। ਪਰ ਜਦੋਂ ਸ਼ਬਦ ਦੇ ਲਾਗੇ ਜਾਂਦੇ ਹਾਂ ਸਾਨੂੰ ਡਰ ਲੱਗਣ ਲੱਗ ਪੈਂਦਾ ਵੀ ਨਹੀਂ, ਹੋਰ ਨਹੀਂ ਇਹਦੇ ਲਾਗੇ ਬਹਿਣਾ, ਬਹੁਤ ਹੈ। ਇਹਨੂੰ ਮਹਾਰਾਜ ਇੱਕ ਥਾਂ ਤੇ ਇੱਦਾਂ ਵੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਮਰਨ ਮੁਕਤ ਗਤ ਸਾਰ ਨਾ ਜਾਣੈ, ਕੰਠੇ ਬੈਠੀ ਗੁਰ ਸ਼ਬਦ ਪਛਾਨੈ। ਕਿਸੇ ਬੰਦੇ ਨੂੰ ਪਤਾ ਵੀ ਹੋਵੇ ਵੀ ਨਦੀ ਪਾਰ ਕਰਨੀ ਹੈ ਤੇ ਪਾਣੀ ਦੇ ਵਿੱਚ ਤੈਰ ਕੇ ਜਾਣਾ ਪੈਣਾ, ਪਰ ਕਹਿੰਦੇ ਵੀ ਉਹਨੂੰ ਪਤਾ ਤੇ ਹੈ ਵੀ ਪਾਰ ਇਹਦੇ ਵਿੱਚ ਦੀ ਹੋ ਕੇ ਪਾਰ ਹੋਣਾ ਪੈਣਾ, ਪਰ ਕਹਿੰਦੇ ਕੰਢੇ ਤੇ ਬੈਠੇ ਬਸ ਕਹੀ ਜਾਵੇ ਵੀ ਪਤਾ ਤੇ ਹੈ ਪਾਰ ਹੋਣਾ, ਪਰ ਪਾਰ ਹੋਣ ਨੂੰ ਜੀ ਨਹੀਂ ਕਰਦਾ ਪਿਆ। ਸਾਨੂੰ ਪਤਾ ਤੇ ਹੈ ਸਮੇਤ ਮੇਰੇ, ਪਤਾ ਤੇ ਹੈ ਵੀ ਗਤ ਬਾਣੀ ਨਹੀਂ ਕਰਨੀ ਹੈ, ਪਤਾ ਤੇ ਹੈ ਵੀ ਜਿਉਂਦੇ ਦੀ ਪਾਰ ਬਾਣੀ ਨਹੀਂ ਕਰਨਾ, ਪਰ ਬਾਣੀ ਪੜ੍ਹਨ ਲੱਗਿਆ ਸਾਨੂੰ ਇੰਝ ਲੱਗਦਾ ਵੀ ਜਿੱਦਾਂ
ਅਸੀਂ ਖਤਮ ਹੋ ਜਾਵਾਂਗੇ। ਸਾਡਾ ਬਹੁਤਾ ਜੀ ਨਹੀਂ ਕਰਦਾ, ਜਿਨ੍ਹਾਂ ਦਾ ਕਰਦਾ ਹੈ ਨਮਸਕਾਰ ਹੈ ਉਹਨਾਂ ਦੇ ਚਰਨਾਂ ਤੇ। ਜਿਹ ਮਰਨੈ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਗੁਰੂ ਹੀ ਸ਼ਬਦ ਨੇ ਦੱਸਿਆ ਮੈਨੂੰ ਵੀ ਭਾਈ ਜਿਹੜੀ ਚੀਜ਼ ਕਰਨ ਨੂੰ, ਸੰਗਤ ਦੇ ਵਿੱਚ ਆਉਣ ਨੂੰ, ਸੇਵਾ ਕਰਨ ਨੂੰ ਤੇਰਾ ਜੀ ਨਹੀਂ ਨਾ ਕਰਦਾ, ਗੁਰੂ ਦੇ ਸ਼ਬਦ ਨੂੰ ਸਮਝ ਤੈਨੂੰ ਦੱਸੇਗਾ ਵੀ ਉਹ ਮਰਨਾ ਅਸਲ ਦੇ ਵਿੱਚ ਕਿੱਦਾਂ ਹੁੰਦਾ ਹੈ। ਆਪਣੇ ਆਪ ਨੂੰ ਮਾਰ ਕੇ ਬੈਠਣਾ ਹੈ ਸੰਗਤ ਦੇ ਵਿੱਚ ਨਾ। ਹੁਣ ਅਸੀਂ ਆਏ ਹਾਂ, ਕਿੰਨੀਆਂ ਖਾਹਿਸ਼ਾਂ ਦੱਬ ਕੇ ਆਏ ਹੋਏ ਹਾਂ। ਬਾਕੀ ਦੁਨੀਆ ਦੇ ਵੱਲ ਵੇਖ ਲਓ, ਕਿੱਥੇ ਕਿੱਥੇ ਤੁਰੀ ਫਿਰਦੀ ਇਹਨਾਂ ਟਾਈਮਾਂ ਦੇ ਉੱਤੇ, ਕਿੰਨਾ ਕੁ ਰੋਕ ਕੇ ਬੈਠੇ ਹੋਏ ਆ ਆਪਣੇ ਆਪ ਨੂੰ ਨਾ। ਇਹ ਆਦਤ ਬਣਨ ਦੀ ਗੱਲ ਹੈ। ਉਹਨੂੰ ਕਿਉਂ? ਕਿਉਂਕਿ ਮਰਦ ਕਹਿੰਦੇ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ, ਅਬ ਕੈਸੇ ਮਰੋ ਮਰਨ ਮਨ ਮਾਨਿਆ। ਕਹਿੰਦੇ ਹੁਣ ਮੈਂ ਲੋਕਾਂ ਵਾਂਗੂ ਨਹੀਂ ਮਰਦਾ ਵੀ ਥਾਂ ਥਾਂ ਤੇ ਮਰਦਾ ਫਿਰਾਂ। ਆਪਾਂ ਕੱਲ ਪੜ੍ਹ ਕੇ ਆਏ ਆ ਵੀ ਸੰਤ ਮੂਏ ਕਿਆ ਰੋਈਆ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਾਪਰੇ, ਜੋ ਹਾਟੇ ਹਾਟ ਵਿਕਾਏ। ਵੀ ਉਹਨਾਂ ਤੇ ਵਾਕਿਆ ਅਫਸੋਸ ਹੋਣਾ ਚਾਹੀਦਾ ਜਿਹੜਾ ਹਰ ਹੱਟੀ ਤੇ ਮੁੱਲ ਪਵਾ ਲੈਂਦਾ ਆਪਣਾ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਕਹਿੰਦੇ ਕਈ ਵਾਰ ਮਰਦੇ ਨੇ ਜਿਨ੍ਹਾਂ ਨੇ ਮਾਲਕ ਨੂੰ ਨਹੀਂ ਜਾਣਿਆ। ਮਰਨੋ ਮਰਨ ਕਹੈ ਸਭ ਕੋਈ, ਸਹਿਜੇ ਮਰੈ ਅਮਰ ਹੋਏ ਸੋਈ। ਹਰ ਇੱਕ ਨੂੰ ਪਤਾ ਤੇ ਹੈ ਵੀ ਭਾਈ ਚਲੇ ਜਾਣਾ ਹੈ, ਹਰ ਇੱਕ ਨੂੰ। ਇਹ ਥੋੜ੍ਹਾ ਜਿਹਾ ਅੱਗੇ ਜਾਣ ਵਾਲਿਆਂ ਦੀ ਗੱਲ ਹੈ ਵੀ ਪਤਾ ਤੇ ਹੈ ਭਾਈ ਗਤ ਬਾਣੀ ਨਹੀਂ ਕਰਨੀ ਹੈ, ਪਤਾ ਤੇ ਹੈ ਵੀ ਖੇਡ ਜਿਹੜੀ ਹੈ ਸ਼ਬਦ ਨੂੰ ਸਮਝ ਕੇ ਹੀ ਖਤਮ ਹੋਣੀ ਹੈ। ਪਰ ਜਦੋਂ ਸ਼ਬਦ ਨੂੰ ਸਮਝਣ ਦੀ ਵਾਰੀ ਆਉਂਦੀ ਹੈ ਫਿਰ ਅਸੀਂ ਤਰਾਸ ਜਾਂਦੇ ਹਾਂ, ਫਿਰ ਅਸੀਂ ਡਰ ਜਾਂਦੇ ਹਾਂ ਵੀ ਨਹੀਂ ਇਹਦੇ ਲਾਗੇ ਨਹੀਂ ਜਾਣਾ। ਭੈ ਤੇਰਾ ਡਰ ਅਗਲਾ, ਖਪ ਖਪ ਛਿਜੈ ਦੇ। ਤੇਰੇ ਤੋਂ ਦੂਰ ਰਹਿਣ ਦਾ ਡਰ ਵੀ ਬੜਾ ਖਤਰਨਾਕ ਹੈ। ਮਹਾਰਾਜ ਕਹਿੰਦੇ ਹਜ਼ੂਰ ਦੇ ਸ਼ਬਦ, ਸਹਿਜੇ ਮਰੈ, ਭਾਵ ਕਿ ਸਹਿਜ ਅਵਸਥਾ ਦੇ ਵਿੱਚ ਜਿਹੜਾ ਆਪਣੀਆਂ ਖਾਹਿਸ਼ਾਂ ਨੂੰ ਖਤਮ ਕਰ ਦਿੰਦਾ ਹੈ, ਅਮਰ ਹੋਏ ਸੋਈ, ਉਹ ਅਮਰ ਹੋ ਜਾਂਦਾ ਹੈ। ਕਹੋ ਕਬੀਰ ਮਨ ਭਇਆ ਆਨੰਦਾ, ਗਿਆ ਭਰਮ ਰਹਿਆ ਪਰਮਾਨੰਦਾ। ਕਹਿੰਦੇ ਮਨ ਦੇ ਵਿੱਚ ਆਨੰਦ ਹੈ, ਸਾਡਾ ਭਰਮ ਦੂਰ ਹੋ ਗਿਆ ਹੈ, ਸਾਡਾ ਵਹਿਮ ਦੂਰ ਹੋ ਗਿਆ ਹੈ ਤੇ ਪਿੱਛੇ ਆਨੰਦ ਰਹਿ ਗਿਆ ਹੈ। ਆਹ ਚੀਜ਼ ਨੂੰ ਉਹਨਾਂ ਨੇ ਬੋਲਿਆ ਗਿਆ ਭਰਮ ਰਹਿਆ ਪਰਮਾਨੰਦਾ। ਦਾ ਮਤਲਬ ਹੈ ਵੀ ਸਾਡਾ ਭਰਮ ਖਤਮ ਹੋ ਗਿਆ ਤੇ ਪਰਮ ਆਨੰਦ ਰਹਿ ਗਿਆ ਹੈ ਸਾਡੀ ਜ਼ਿੰਦਗੀ ਦੇ ਵਿੱਚ। ਮਰਨ ਦਾ ਮਤਲਬ ਇਹ ਨਹੀਂ ਵੀ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਵੀ ਦੇ ਦਿਓ ਸਾਰਿਆਂ ਨੂੰ ਸਵਰਗ ਦੀਆਂ ਟਿਕਟਾਂ, ਵੀ ਫਲਾਣਾ ਵੀ ਸਵਰਗ ਦੇ ਵਿੱਚ ਤੇ ਫਲਾਣਾ ਵੀ ਸਵਰਗ ਦੇ ਵਿੱਚ। ਸਾਨੂੰ ਕੀ ਪਤਾ ਕੌਣ ਕਿੱਥੇ ਚਲਾ ਗਿਆ। ਇਹ ਤਾਂ ਸਾਡੇ ਆਮ ਬੋਲਚਾਲ ਦੀ ਬੋਲੀ ਹੈ ਵੀ ਭਾਈ ਉਹ ਵੀ ਸਵਰਗ ਦੇ ਵਿੱਚ ਤੇ ਉਹ ਵੀ ਸਵਰਗ ਦੇ ਵਿੱਚ, ਨਾ ਕਿਸੇ ਨੇ ਸਵਰਗ ਵੇਖਿਆ। ਬਾਬਾ ਕਬੀਰ ਕਹਿੰਦੇ ਨੇ ਕਿ ਵੇਖੋ, ਨਾ ਜਾਨਾ ਬੈਕੁੰਠ ਕਹਾਹੀ, ਜਾਨ ਜਾਨ ਸਭ ਕਹੈ ਤਹਾਹੀ। ਹੈ ਕਿਸੇ ਨੂੰ ਨਹੀਂ ਪਤਾ ਵੀ ਸਵਰਗ ਕਿੱਥੇ ਹੈ। ਜਾਣਾ ਸਾਰੇ ਚਾਹੁੰਦੇ, ਤੁਰਨਾ ਸਾਰੇ ਚਾਹੁੰਦੇ, ਫਿਰ ਚੋਪੜੀਆਂ ਗੱਲਾਂ ਨੇ, ਫਲਾਣਾ ਉੱਥੇ ਬੈਠਾ ਹੋਇਆ ਹੈ, ਫਲਾਣਾ ਉੱਥੇ ਦਾ ਵਾਸੀ ਹੈ, ਕਿਸੇ ਨੂੰ ਨਹੀਂ ਪਤਾ ਕੌਣ ਕਿੱਥੇ ਚਲਾ ਗਿਆ। ਬਾਬਾ ਕਬੀਰ ਕਹਿੰਦੇ ਭਾਈ ਕਬੀਰ ਜਿਸ ਮਰਨੇ ਤੇ ਜਗ ਡਰੈ, ਮਤਲਬ ਜਿਸ ਸ਼ਬਦ ਨੂੰ ਕਮਾਉਣ ਦੇ ਲਈ, ਬਾਣੀ ਨੂੰ ਪੜ੍ਹਨ ਦੇ ਲਈ ਦੁਨੀਆ ਡਰਦੀ ਫਿਰਦੀ ਹੈ ਨਾ ਵੀ ਹਾਏ ਮੈਂ ਕਿਉਂ ਬਾਣੀ ਪੜ੍ਹਾਂ, ਮੈਂ ਕਿਉਂ ਸੇਵਾ ਕਰਾਂ। ਇਹਨੂੰ ਮਹਾਰਾਜ ਇੱਦਾਂ ਕਹਿੰਦੇ ਨੇ। ਦਾਤਾਰ ਕਹਿੰਦੇ ਸਾਕਤ ਜਾਏ ਨਿਵੈ ਗੁਰ ਆਗੇ, ਮਨ ਖੋਟੇ ਕੂੜ ਕੂੜਿਆਰੇ। ਜਾਂ ਗੁਰ ਕਹੇ ਉੱਠੋ ਮੇਰੇ ਭਾਈ, ਬਹਿ ਜਾਹੇ ਕੁਸਰ ਬਗਲਾਰੇ। ਕਹਿੰਦੇ ਜਿਹੜੇ ਸਾਕਤ ਹੁੰਦੇ ਨੇ ਨਾ, ਉਹ ਆ ਕੇ ਤੇ ਗੁਰੂ ਦੇ ਕੋਲ ਮੱਥਾ ਵੀ ਟੇਕ ਦਿੰਦੇ ਨੇ। ਮਹਾਰਾਜ ਬਖਸ਼ ਲਵੇ, ਮੈਂ ਕਿਸੇ ਨੂੰ ਨਹੀਂ ਕਹਿੰਦਾ, ਪਰ ਬਾਣੀ ਹੈ ਤੇ ਮੈਂ ਆਪ ਜੀ ਦੇ ਅੱਗੇ ਰੱਖਦਾ ਪਿਆ। ਬਹਿ ਜਾਹੇ, ਜਾ ਗੁਰੂ ਕਹੇ ਉੱਠੋ ਮੇਰੇ ਭਾਈ। ਤੇ ਜੇ ਗੁਰੂ ਕਵੇ ਵੀ ਜਾ ਉੱਠ ਕੇ ਤੇ ਉਹ ਸੇਵਾ ਕਰੋ, ਜਾ ਕੇ ਉੱਥੇ ਬੈਠੇ, ਫਿਰ ਲੁਕਦੇ ਫਿਰਦੇ ਨੇ ਵੀ ਹਾਏ ਕਿਤੇ ਸਾਹਮਣੇ ਆ, ਕਿਤੇ ਆਵਾਜ਼ ਹੀ ਨਾ ਮਾਰ ਲਵੇ ਸੇਵਾ ਕਰਨ ਨੂੰ। ਇੱਦਾਂ ਵੀ ਬੜੀ ਵਾਰ ਹੋ ਜਾਂਦਾ, ਤੁਸੀਂ ਵੇਖਦੇ ਹੋਵੋਗੇ। ਤੁਸੀਂ ਤੇ ਚਲੋ ਗੁਰੂ ਘਰ ਦੇ ਵਿੱਚ ਆਉਂਦੇ ਜੇ ਤੇ ਮਾਣ ਸਮਝਦੇ ਜੇ ਇਸ ਗੱਲ ਨੂੰ ਵੀ ਚਲੋ ਮੈਨੂੰ ਮਾਣ ਮਿਲ ਗਿਆ ਵੀ ਬਰਤਨ ਧੋਣੇ ਪੈ ਗਏ, ਮੈਨੂੰ ਮਾਣ ਮਿਲ ਗਿਆ ਵੀ ਚਲੋ ਮੈਨੂੰ ਚਾਦਰਾਂ ਵਿਛਾਉਣੀਆਂ ਪੈ ਗਈਆਂ, ਮੈਨੂੰ ਮਾਣ ਮਿਲ ਗਿਆ ਵੀ ਮੈਨੂੰ ਸੇਵਾ ਕਰਨੀ ਪੈ ਗਈ। ਤੇ ਇੱਦਾਂ ਵੀ ਹੋ ਜਾਂਦਾ ਨਾ ਕਿਸੇ ਵੇਲੇ ਵੀ ਉਹ ਮਾਲਕ ਨੇ ਨੌਕਰ ਰੱਖੇ ਹੁੰਦੇ ਨੇ, 4-5 ਨੌਕਰ ਰੱਖੇ ਹੁੰਦੇ ਨੇ, ਤੇ ਕਈ ਇੱਦਾਂ ਦੇ ਹੁੰਦੇ ਜਿਹੜੇ ਸਭ ਤੋਂ ਪਿੱਛੇ ਲੱਗੇ ਹੁੰਦੇ ਵੀ ਕਿਤੇ ਮੈਂ ਨਜ਼ਰੀ ਪੈ ਗਿਆ ਨੇ ਮੈਨੂੰ ਹੀ ਕੰਮ ਦੱਸ ਦੇਣਾ, ਕਿਤੇ ਮੈਂ ਨਾ ਕਿਤੇ ਨਜ਼ਰੀ ਪੈ ਜਾਵਾਂ ਇਹਦੇ। ਉਹਨੂੰ ਮਹਾਰਾਜ ਕਹਿੰਦੇ ਜਾਂ ਗੁਰੂ ਕਹੇ ਉੱਠੋ ਮੇਰੇ ਭਾਈ। ਜੇ ਗੁਰੂ ਕਹਿੰਦੇ ਨਾ ਵੀ ਜਾਓ ਭਾਈ ਉੱਠ ਕੇ ਉਹ ਸੇਵਾ ਕਰੋ, ਬਹਿ ਜਾਹੇ ਕੁਸਰ ਬਗੁਲਾਰੇ। ਕਹਿੰਦੇ ਫਿਰ ਬਗਲ ਜੀ ਦੇ ਵਿੱਚ ਜਾ ਕੇ ਲੁਕ ਜਾਂਦੇ ਨੇ ਵੀ ਇਹ ਕਿਤੇ ਸਾਹਮਣੇ ਨਾ ਕਿਤੇ ਆਉਣਾ ਪੈ ਜਾਵੇ। ਕਿਉਂ? ਸਾਹਮਣੇ ਆਵਾਂਗੇ ਤੇ ਨਿਗਾਹ ਦੇ ਵਿੱਚ ਆ ਜਾਵਾਂਗੇ, ਨਿਗਾਹ 'ਚ ਆ ਕੇ ਤੇ ਸਾਨੂੰ ਕੋਈ ਕੰਮ ਦੱਸ ਦੇਵੇਗਾ, ਤੇ ਕੰਮ ਦੱਸੇਗਾ ਤੇ ਸਾਨੂੰ ਉੱਠ ਕੇ ਕਰਨਾ ਪਵੇਗਾ। ਇਸ ਕਰਕੇ ਸਾਹਮਣੇ ਨਾ ਹੋਵਾਂਗੇ ਤੇ ਆਪਾਂ ਕਹਾਂਗੇ ਆਪਾਂ ਸੁਣਿਆ ਹੀ ਨਹੀਂ। ਇਹਨੂੰ ਮਹਾਰਾਜ ਕਹਿੰਦੇ ਭਾਈ ਜਿਸ ਮਰਨੇ ਤੇ ਜਗ ਡਰੇ। ਦੁਨੀਆ ਡਰਦੀ ਹੈ ਇਸ ਮਰਨ ਤੋਂ ਵੀ ਮੈਂ ਕਿਉਂ ਇਹ ਕੰਮ ਕਰ ਲਵਾਂ, ਹਾਏ ਕਿਤੇ ਕਰਨਾ ਪੈ ਗਿਆ ਤੇ ਬੜਾ ਔਖਾ ਹੈ। ਇਹ ਤੁਸੀਂ ਗੁਰਦੁਆਰਿਆਂ 'ਚ ਰਹੋਗੇ ਨਾ ਤੁਹਾਨੂੰ ਫਿਰ ਪਤਾ ਲੱਗੇਗਾ ਵੀ ਇਹ ਅਸਲ 'ਚ ਮਰਨਾ ਹੁੰਦਾ ਕੀ ਹੈ। ਮਹਾਰਾਜ ਕਹਿੰਦੇ ਮੇਰਾ ਮਨ ਆਨੰਦ, ਮੈਨੂੰ ਨਹੀਂ ਫਰਕ ਇਹਨਾਂ ਗੱਲਾਂ ਦੇ ਨਾਲ, ਮੈਂ ਤੁਰਿਆ ਪਿਆ ਹਾਂ ਇਸ ਪਾਸੇ ਦੇ ਉੱਤੇ, ਮੇਰਾ ਮਨ ਆਨੰਦ। ਕਿਉਂ? ਕਿਉਂਕਿ ਮੈਨੂੰ ਪਤਾ ਹੈ ਵੀ ਇਸ ਮਰਨ ਤੇ ਹੀ ਮੁਕਤੀ ਹੈ। ਸਾਡਾ ਛੁਟਕਾਰਾ ਇੱਦਾਂ ਹੀ ਹੋਣਾ।
ਕੋਈ ਬੰਦਾ ਬਿਮਾਰ ਹੋਵੇ ਤੇ ਦਵਾਈ ਖਾਣ ਤੋਂ ਡਰਦਾ ਫਿਰੇ, ਖਲਾਸੀ ਤੇ ਦਵਾਈ ਖਾ ਕੇ ਹੀ ਹੋਣੀ ਆ, ਭਾਵੇਂ ਅੱਜ ਖਾ ਲਵੇ ਤੇ ਭਾਵੇਂ ਕੱਲ੍ਹ ਖਾ ਲਵੇ। ਜੇ ਇੱਥੇ ਤੁਰਨਾ ਹੈ ਤੇ ਇੱਥੇ ਰਸਤਾ ਇਹੋ ਹੀ ਹੈ। ਮੈਂ ਡਰੀ ਜਾਵਾਂ ਵੀ ਨਹੀਂ ਮੈਂ ਨਹੀਂ ਤੁਰਨਾ, ਮਹਾਰਾਜ ਕਹਿੰਦੇ ਕੋਈ ਨਹੀਂ, ਬੈਠਾ ਰਹਿ, ਕੱਲ੍ਹ ਵੀ ਤੇ ਪੈਂਡਾ ਇਦਾਂ ਹੀ ਕਰਨਾ ਪੈਣਾ। ਅੱਜ ਨਹੀਂ ਤੁਰੇਗਾ ਤੇ ਕੱਲ੍ਹ ਤੁਰੇਗਾ, ਤੇਰੀ ਮਰਜ਼ੀ ਹੈ ਤੂੰ ਕਿੱਦਣ ਤੁਰਨਾ ਚਾਹੁੰਦਾ। ਜਿਸ ਮਰਨੇ ਤੇ ਜੱਗ ਡਰੈ, ਭਾਈ ਜਿਹੜਾ ਕੰਮ ਕਰਨ ਨੂੰ ਲੋਕਾਂ ਦਾ ਜੀ ਨਹੀਂ ਨਾ ਕਰਦਾ, ਲੋਕੀ ਡਰਦੇ ਫਿਰਦੇ ਨੇ, ਉਸ ਕੰਮ ਨੂੰ ਕਰਕੇ ਮੇਰੇ ਮਨ ਦੇ ਵਿੱਚ ਆਨੰਦ ਹੈ। ਮਤਲਬ ਬਾਣੀ ਪੜ੍ਹ ਕੇ ਲੋਕਾਂ ਨੂੰ ਇੰਝ ਲੱਗਦਾ ਵੀ ਨਹੀਂ ਘਾਟਾ ਪੈ ਗਿਆ, ਬੜਾ ਟਾਈਮ ਲੱਗ ਗਿਆ ਹੈ, ਕਹਿੰਦੇ ਮੇਰੇ ਮਨ 'ਚ ਉਸ ਗੱਲ ਦਾ ਸਕੂਨ ਹੈ। ਕਿਉਂ? ਕਿਉਂਕਿ ਮੈਨੂੰ ਪਤਾ ਹੈ ਵੀ ਭਾਈ ਇੱਥੇ ਖਤਮ ਹੋ ਕੇ ਹੀ, ਆਪਣੇ ਆਪ ਨੂੰ ਕੰਟਰੋਲ ਕਰਕੇ ਹੀ ਆਨੰਦ ਮਿਲੇਗਾ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਫਿਰ ਅਗਲਾ ਬੋਲ, ਰਾਮ ਪਦਾਰਥ ਪਾਏ ਕੈ ਕਬੀਰਾ, ਗਾਂਠ ਨਾ ਖੋਲ। ਹੁਣ ਕਦੀ ਇੱਦਾਂ ਹੋਵੇ, ਤੁਸੀਂ ਸਾਰੇ, ਤੁਹਾਡਾ ਸਾਰਿਆਂ ਦਾ ਕਾਰੋਬਾਰ ਵੱਖਰਾ ਵੱਖਰਾ ਹੋਵੇਗਾ, ਇੱਕ ਦਾ ਕਾਰੋਬਾਰ ਦੂਸਰੇ ਨਾਲ ਨਹੀਂ ਮਿਲਦਾ, ਤੇ ਇਹ ਵੀ ਪੱਕੀ ਗੱਲ ਹੁੰਦੀ ਹੈ ਵੀ ਜਿਹੜਾ ਤੁਹਾਡਾ ਕਾਰੋਬਾਰ ਹੈ ਉਹਦੀ ਕਦਰ ਤੁਹਾਨੂੰ ਹੀ ਹੈ, ਉਹਦੀ ਕਿਸੇ ਹੋਰ ਨੂੰ ਨਹੀਂ ਹੈ। ਜਿਹੜਾ ਕੰਮ ਸੋਨੇ ਦਾ ਕਰਨ ਵਾਲਾ ਹੈ ਉਹ ਕੰਮ ਲੁਹਾਰ ਨਹੀਂ ਕਰ ਸਕਦਾ। ਉਹਨੂੰ ਕਹੇ ਉਹਦੀ ਦੁਕਾਨ 'ਤੇ ਸੋਨਾ ਵੇਚੋ ਤਾਂ ਉਹਨੇ ਫਿਰ ਲੋਹੇ ਦੇ ਭਾਅ ਹੀ ਲੈਣਾ, ਤੇ ਫਿਰ ਕੀ ਮਿਲੇਗਾ ਸਾਨੂੰ? ਹਰ ਇੱਕ ਦੀ ਕਦਰ ਹੈ। ਮਰਦ ਕਹਿੰਦੇ ਨੇ, ਐ ਕਬੀਰ, ਜੇ ਤੇਰੇ ਕੋਲ ਮਾਲਕ ਦੇ ਨਾਮ ਦੀ ਦਾਤ ਹੈ ਤੇ ਫਿਰ ਕੀ ਹੈ? ਕਬੀਰਾ ਗਾਂਠ ਨਾ ਖੋਲ। ਐਵੇਂ ਨਾ ਹਰ ਇੱਕ ਦੇ ਅੱਗੇ ਮਸ਼ਹੂਰੀ ਕਰਦਾ ਫਿਰ। ਕਿਉਂ? ਨਹੀਂ ਪੱਟਣ ਨਹੀਂ ਪਾਰਖੂ। ਨਾ ਤੇ ਪੱਟਣ ਦਾ ਮਤਲਬ ਹੁੰਦਾ ਸ਼ਹਿਰ, ਵੈਸੇ ਪੱਟਣ ਲਫ਼ਜ਼ ਪੋਰਟ ਤੋਂ ਤੁਰਦਾ ਹੈ। ਪੁਰਾਣੇ ਸਮੇਂ ਦੇ ਵਿੱਚ ਕਿਉਂਕਿ ਦਰਿਆਵਾਂ 'ਤੇ ਪੁਲ ਨਹੀਂ ਸੀ ਹੁੰਦੇ, ਬ੍ਰਿਜ ਸਿਸਟਮ ਤੇ ਥੋੜ੍ਹਾ ਚਿਰ ਪਹਿਲਾਂ ਹੀ ਆਇਆ ਨਾ, ਪੁਲ ਨਹੀਂ ਸੀ ਹੁੰਦੇ, ਤੇ ਟੈਂਪਰਰੀ ਪੁਲ ਜਾਂ ਤੇ ਬੇੜੀਆਂ ਦੇ ਬਣਦੇ ਹੁੰਦੇ ਸੀ, ਤੇ ਕੁਝ ਖਾਸ ਘਾਟ ਹੁੰਦੇ ਸੀ ਜਿੱਥੋਂ ਦਰਿਆ ਪਾਰ ਕੀਤੇ ਜਾਂਦੇ ਹੁੰਦੇ ਸੀ। ਵੀ ਜਿੱਥੋਂ ਦਰਿਆ ਤੰਗ ਹੋਵੇ ਉੱਥੇ ਬੇੜੀਆਂ ਪੱਕੀਆਂ ਲੱਗੀਆਂ ਹੁੰਦੀਆਂ ਸੀ, ਉਹਨਾਂ ਨੂੰ ਕਿਹਾ ਜਾਂਦਾ ਸੀ ਪੱਤਣ। ਪੱਤਣ ਤੋਂ ਇੱਕ ਵਿਗੜਿਆ ਹੋਇਆ ਲਫ਼ਜ਼ ਹੈ ਪਟਨ। ਪਾਕਿਸਤਾਨ ਦੇ ਵਿੱਚ ਸ਼ਹਿਰ ਹੈ ਪਾਕ ਪਟਨ, ਬਾਬਾ ਫਰੀਦ ਸਾਹਿਬ ਜੀ ਦਾ ਸ਼ਹਿਰ ਹੈ। ਇੱਥੇ ਪੱਟਣ ਲਫ਼ਜ਼ ਸ਼ਹਿਰ ਦੇ ਲਈ ਆਇਆ ਹੈ, ਨਹੀਂ ਪੱਟਣ। ਪਹਿਲੀ ਗੱਲ ਤੇ ਜੋ ਤੇਰੇ ਕੋਲ ਖਜ਼ਾਨਾ ਹੈ ਇਸ ਸ਼ਹਿਰ ਦੇ ਵਿੱਚ ਉੱਦਾਂ ਦਾ ਕੋਈ ਹੈ ਹੀ ਨਹੀਂ ਜਿਹੜਾ ਇਸ ਖਜ਼ਾਨੇ ਨੂੰ ਖਰੀਦ ਲਵੇ। ਨਹੀਂ ਪਾਰਖੂ। ਤੇ ਦੂਸਰੇ ਨੰਬਰ ਦੇ ਉੱਤੇ ਪਹਿਲਾਂ ਸ਼ਹਿਰ ਹੀ ਉੱਦਾਂ ਦਾ ਨਹੀਂ, ਤੇ ਜੇ ਸ਼ਹਿਰ ਵੀ ਹੋਵੇ ਤੇ ਸ਼ਹਿਰ ਦੇ ਵਿੱਚ ਖਰੀਦਣ ਵਾਲੇ ਉੱਦਾਂ ਦੇ ਨਹੀਂ, ਉਹ ਆਪਣਾ ਹੀ ਚੀਜ਼ਾਂ ਖਰੀਦਣੀ ਚਾਹੁੰਦੇ ਨੇ ਨਾ। ਇਹ ਤੇ ਇੱਦਾਂ ਦੀ ਗੱਲ ਹੈ ਨਾ। ਤੇ ਉਹ ਕੋਈ ਬੰਦਾ ਘਰੋਂ ਸਬਜ਼ੀ ਲੈਣ ਜਾਵੇ ਤੇ ਜਿਹੜੀ ਸਬਜ਼ੀ ਲੈਣ ਗਿਆ ਅੱਗੋਂ ਉਹ ਮਿਲੀ ਨਹੀਂ ਤੇ ਕੋਈ ਹੋਰ ਹੀ ਚੁੱਕ ਲਿਆਵੇ, ਉਹ ਇੱਦਾਂ ਦੀ ਗੱਲ ਹੋ ਜਾਂਦੀ ਹੈ ਜ਼ਿੰਦਗੀ ਦੇ ਵਿੱਚ। ਹੁਣ ਰੱਬ ਵਾਲੇ ਰਸਤੇ ਤੇ ਇੱਦਾਂ ਨਹੀਂ ਖੇਡ ਚੱਲਦੀ ਨਾ, ਇੱਥੇ ਤੇ ਉਹੀ ਚੀਜ਼ ਹੀ ਲੈ ਕੇ ਆਉਣੀ ਪੈਣੀ ਹੈ। ਪਰ ਜੇ ਅਗਲਾ ਕਦਰ ਕਰਨ ਵਾਲੀ ਨਾ ਹੋਵੇ, ਨਹੀਂ ਗਾਹਕ ਨਹੀਂ ਮੋਲ, ਤੇ ਨਾ ਕੋਈ ਗਾਹਕ ਇਹਦਾ ਤੇ ਨਾ ਕੋਈ ਉਹਨੂੰ ਮੁੱਲ ਖਰੀਦਣ ਵਾਲਾ ਹੈ। ਮੈਂ ਪਰਸਨਲ ਆਪ ਜੀ ਦੇ ਅੱਗੇ ਗੱਲ ਰੱਖ ਦੇਵਾਂ। ਪੰਜਾਬੀ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੁੰਦੀ ਆ, ਇਸ ਸ਼ਲੋਕ ਦਾ ਸੌਖਾ ਮਤਲਬ ਇਹ ਹੈ ਵੀ ਬੰਨ੍ਹ ਕੇ ਖੀਰ ਨਾ ਖਵਾ ਕਿਸੇ ਨੂੰ। ਬੜੀ ਸਵਾਦ ਹੁੰਦੀ ਹੈ, ਪਰ ਜੇ ਬੰਨ੍ਹ ਕੇ ਖਵਾਓਗੇ ਨਾ ਬੜੀ ਕੌੜੀ ਲੱਗਦੀ ਹੈ। ਬਾਬਾ ਕਬੀਰ ਦਾ ਇੱਕ ਗੱਲ ਬੜੀ ਕਲੀਅਰ ਹੈ, ਜਿਹੜਾ ਬੰਦਾ ਗੁਣ ਨੂੰ ਲੈਣਾ ਨਹੀਂ ਚਾਹੁੰਦਾ, ਗੁਣ ਨੂੰ ਸਿੱਖਣਾ ਨਹੀਂ ਚਾਹੁੰਦਾ, ਫਜ਼ੂਲ ਦਾ ਗੁਣ ਉਹਦੇ ਅੱਗੇ ਨਾ ਸੁੱਟੋ ਕਦੀ ਵੀ। ਇਹ ਨਹੀਂ ਵੀ ਸਾਡੀ ਨਫ਼ਰਤ ਹੈ ਉਹਦੇ ਨਾਲ, ਕੋਈ ਨਹੀਂ। ਸਿੱਖਣਾ ਚਾਹਵੇਗਾ ਤੇ ਅਸੀਂ ਤਿਆਰ ਹਾਂ, ਹਰ ਵੇਲੇ ਤਿਆਰ ਹਾਂ। ਪਰ ਜੇ ਕੋਈ ਕਵੇ ਵੀ ਧੱਕੇ ਨਾਲ ਮੈਂ ਇਹਨੂੰ ਸਿਖਾ ਦੇਵਾਂ, ਧੱਕੇ ਨਾਲ ਨਹੀਂ ਸਿਖਾਵਾਂਗੇ ਅਸੀਂ। ਕਿਉਂਕਿ ਅਸਲ ਦੇ ਵਿੱਚ ਗੱਲ ਕੀ ਹੈ, ਸਾਡੇ ਗਲ ਦੇ ਵਿੱਚ ਕੋਈ ਮਹਿੰਗਾ ਗਹਿਣਾ ਪਿਆ ਹੋਵੇ, ਸਾਨੂੰ ਤਾਂ ਪਤਾ ਵੀ ਇਹਦੀ ਕਦਰ ਕੀ ਹੈ, ਤੇ ਉਹੀ ਗਹਿਣਾ ਕਿਸੇ ਜਾਨਵਰ ਦੇ ਗਲ 'ਚ ਪਾ ਦਿਓ, ਉਹਦੇ ਲਈ ਕੀ ਹੈ, ਭਾਵੇਂ ਕਿਤੇ ਵੀ ਗਵਾ ਦੇਵੇ। ਗੱਲ ਤੇ ਇਹ ਨਾ ਵੀ ਕਦਰ ਕਿਹਨੂੰ ਹੈ। ਬਾਬਾ ਕਬੀਰ ਕਹਿੰਦੇ ਜੇ ਤੇਰੇ ਕੋਲ ਰੱਬੀ ਬੰਦਗੀ ਦੀ ਦਾਤ ਹੈ ਨਾ, ਤੇ ਜਿਨ੍ਹਾਂ ਨੂੰ ਕਦਰ ਨਹੀਂ ਹੈ ਇਹਦੀ, ਉਹਨਾਂ ਦੇ ਅੱਗੇ ਨਾ ਖੋਲ। ਇਹਦਾ ਮਤਲਬ ਇਹ ਨਾ ਫਿਰ ਸਮਝ ਲੈਣਾ ਵੀ ਬਾਬਾ ਕਬੀਰ ਕਹਿੰਦੇ ਵੀ ਇਹਦੇ ਭਾਗੀਦਾਰ ਨਹੀਂ ਨੇ, ਇਹਦਾ ਹੱਕ ਲੈਣ ਵਾਲੇ ਨੇ, ਨਹੀਂ। ਇਹਦਾ ਮਤਲਬ ਇਹ ਹੈ ਵੀ ਭਾਈ ਉਹ ਸੁਣਨ ਦੇ ਲਈ ਤਿਆਰ ਹੀ ਨਹੀਂ ਨੇ। ਮੈਨੂੰ ਮਾਫ਼ ਕਰਿਓ, ਤੁਸੀਂ ਸਾਰੇ ਮੇਰੇ ਤੋਂ ਸਤਿਕਾਰਯੋਗ ਜੇ, ਇਹ ਨਹੀਂ ਕਿ ਮੈਂ ਬੋਲਦਾ ਹਾਂ, ਤੁਸੀਂ ਬੋਲਦੇ ਹੋਵੋ ਤੇ ਅੱਗੇ ਅਸੀਂ ਸਾਰੇ ਫੋਨਾਂ 'ਤੇ ਲੱਗੇ ਹੋਈਏ। ਮੇਰੇ ਕੋਲ ਨਹੀਂ ਜੇ ਕਥਾ ਹੋ ਸਕਦੀ, ਮੈਂ ਨਹੀਂ ਜੇ ਕਥਾ ਕਰ ਸਕਦਾ। ਹੁਣ ਤੇ ਚਲੋ ਆਦਤ ਘਟ ਗਈ ਹੈ, ਪਤਾ ਨਹੀਂ ਰੱਬ ਨੇ ਬਚਾ ਲਿਆ ਮੈਨੂੰ ਜਾਂ ਸੰਗਤ ਨੂੰ ਵੀ ਥੋੜ੍ਹਾ ਜਿਹਾ ਇੱਦਾਂ ਦਾ ਹੋ ਗਿਆ। ਤੇ ਆਪਾਂ ਕਹਿ ਦਿੰਦੇ ਹੁੰਦੇ ਸੀ, ਮੇਰੇ ਤੇ ਅੱਜ ਵੀ ਮਨ 'ਚ ਆ ਰਿਹਾ ਸੀ, 2-3 ਫੋਨ ਆ ਗਏ, ਚਲੋ ਮੈਂ ਕਹਿ ਹੀ ਦਿੰਦਾ। 2-3 ਵਾਰ ਫੋਨ ਆ ਗਿਆ ਤੇ ਮੈਨੂੰ ਇੰਝ ਲੱਗਿਆ ਸੀ ਵੀ ਸਾਰੇ ਫੋਨ ਅੱਜ ਹੀ ਆ ਰਹੇ ਨੇ। ਵੇਖ ਲਓ ਨਾ, ਹੁਣ ਸਾਰਿਆਂ ਦੇ ਇੱਦਾਂ ਫੋਨ ਆਈ ਜਾਣ, ਕੋਈ ਗੇਮ 'ਤੇ ਲੱਗਾ ਹੋਵੇ, ਕੋਈ ਕਿਤੇ ਲੱਗਾ ਹੋਵੇ, ਤੁਸੀਂ ਆਪਣੀਆਂ ਗੱਲਾਂ ਕਰਕੇ ਮੁੜ ਜਾਓ ਤੇ ਮੈਂ ਕਥਾ ਕਰ ਲਵਾਂਗਾ? ਮੈਂ ਨਹੀਂ ਕਰਦਾ, ਮੇਰੇ ਕੋਲ ਹੋਵੇਗੀ ਹੀ ਨਹੀਂ, ਭਾਵੇਂ ਮੇਰੀ ਡਿਊਟੀ ਹੈ। ਮੈਂ ਵੀ ਫਿਰ ਉੱਦਾਂ ਦੀ ਕਥਾ ਕਰਕੇ ਉਤਰ ਜਾਵਾਂਗਾ ਵੀ 40-45 ਮਿੰਟ ਲਾਉਣੇ ਨੇ, ਮੇਰੀ ਡਿਊਟੀ ਪੂਰੀ ਹੋ ਗਈ ਹੈ ਤੇ ਗੱਲ ਖਤਮ ਹੋ ਗਈ ਹੈ।
ਬਾਬਾ ਕਬੀਰ, ਸਾਡੀਆਂ ਤਾਂ ਚਲੋ ਤਨਖਾਹਾਂ ਨੇ, ਉਹਨਾਂ ਦੀਆਂ ਤਨਖਾਹਾਂ ਥੋੜ੍ਹਾ ਸੀ ਵੀ ਸੁਣਨ ਦੀ ਨੀਤ ਹੈ ਤੇ ਸੁਣ ਲਓ, ਨਹੀਂ ਤਾਂ ਤੁਸੀਂ ਜਾ ਸਕਦੇ ਜੇ। ਉਹ ਤੇ ਬੜਾ ਸੌਖਾ ਸੌਖਾ ਸ਼ਬਦ ਕਹਿੰਦੇ ਨੇ, ਮੇਰੇ ਲਈ ਵੀ ਉਹੀ ਹੈ। ਇੱਥੇ ਕੋਈ ਟਾਈਮ ਫਿਕਸ ਥੋੜ੍ਹਾ ਹੁੰਦਾ। ਸਾਧੂ ਦੀ ਸੰਗਤ ਦੇ ਵਿੱਚ ਇਹੋ ਹੀ ਗੱਲ ਹੁੰਦੀ ਹੈ ਵੀ ਭਾਈ ਜਿੰਨਾ ਚਿਰ ਸੁਣਨਾ ਹੈ ਇਮਾਨਦਾਰੀ ਦੇ ਨਾਲ ਬੈਠ ਕੇ ਸੁਣ, ਤੂੰ ਨਹੀਂ ਸੁਣਨਾ ਚਾਹੁੰਦਾ ਤੂੰ ਜਾ ਸਕਦਾ ਹੈ। ਇਹ ਸਕੂਲ ਥੋੜ੍ਹਾ ਵੀ 9 ਵਜੇ ਲੱਗਾ ਤਾਂ 3 ਵਜੇ ਛੁੱਟੀ ਹੋਣੀ ਹੈ, ਨਹੀਂ, ਤੂੰ 9 ਮਿੰਟ ਬੈਠ, ਤੂੰ 10 ਮਿੰਟ ਬੈਠ, ਜਿੰਨਾ ਚਿਰ ਬੈਠਣਾ ਤੂੰ ਬੈਠ, ਪਰ ਜਿੰਨਾ ਚਿਰ ਬੈਠਣਾ ਉਹਨਾਂ ਚਿਰ ਇਮਾਨਦਾਰੀ ਦੇ ਨਾਲ ਬੈਠ, ਬਸ ਇੰਨੀ ਖੇਡ ਹੈ। ਬਾਬਾ ਕਬੀਰ ਉਹਨੂੰ ਕਹਿੰਦੇ ਨੇ, ਜੇ ਤੇਰੇ ਅੱਗੇ ਕੋਈ ਗਾਹਕ ਹੈ ਹੀ ਨਹੀਂ ਆ ਖਰੀਦਣ ਵਾਲਾ, ਕੀ ਮੁੱਲ ਪਾ ਦੇਵੇਗਾ ਤੇਰੀ ਇਸ ਦਾਤ ਦਾ। ਔਰ ਇਸੇ ਕਰਕੇ ਜਿਹੜੇ ਤਬਲਾ ਵਜਾਉਂਦੇ ਨੇ ਉਹਨਾਂ ਨੂੰ 10-10 ਸਾਲ ਲੱਗ ਜਾਂਦੇ ਨੇ ਉਂਗਲਾਂ ਸਿੱਧੀਆਂ ਕਰਦਿਆਂ ਨੂੰ, ਤੇ ਵੇਖਣ ਵਾਲੇ ਕਹਿ ਦਿੰਦੇ ਨੇ ਲੈ ਸਿਰ ਹੀ ਖਾ ਰਿਹਾ। ਉਹਨਾਂ ਲਈ ਤਾਂ ਇਹੋ ਹੀ ਹੈ। ਗਲੇ ਵਾਲੇ ਗਾਉਣ ਵਾਲੇ 10-10 ਸਾਲ ਲਾ ਦਿੰਦੇ ਨੇ ਰਿਆਜ਼ ਕਰਕੇ, ਗਲਾ ਸਿੱਧਾ ਕਰਨ ਲੱਗਿਆ ਤੇ ਗਾਉਣ ਵਾਲਾ ਬੜੇ, ਉਹ ਸੁਣਨ ਵਾਲਾ ਮਿੰਟ 'ਚ ਹੀ ਕਹਿ ਦਿੰਦਾ ਲੈ ਘੰਟਾ ਹੀ ਤੇ ਲਾਇਆ, ਤੁਸੀਂ ਵੱਧ ਕੀ ਕਰ ਦਿੱਤਾ। ਉਹ ਪਤਾ ਵੀ ਇਸ ਘੰਟੇ ਦੇ ਪਿੱਛੇ 15-15 ਸਾਲ ਪਿੱਛੇ ਲੱਗੇ ਹੋਏ ਨੇ, ਤਾਂ ਕਰਕੇ ਆ 1 ਘੰਟਾ ਕੀਰਤਨ ਹੋਇਆ, ਤਾਂ ਇਸ ਵਰਕ ਹੋਇਆ। ਦੂਜੇ ਲਈ ਕੀ ਹੈ? ਕੁਝ ਵੀ ਨਹੀਂ। ਉਹ ਕਿਸੇ ਬੰਦੇ ਨੇ ਥੋੜ੍ਹੀ ਜਿਹੀ ਸਬਜ਼ੀ ਬਣਾਈ ਹੋਵੇ, ਆਪਾਂ ਵੀ ਤੇ ਬੈਠਦੇ ਹਾਂ ਪਹਿਲੇ ਦਿਨ ਜਦੋਂ ਰੋਟੀ ਵੇਲੀ ਜਾਂਦੀ ਹੈ, ਕਿੱਦਾਂ ਦੀ ਵੇਲਦੇ ਅਸੀਂ ਸਾਰੇ, ਸਾਨੂੰ ਪਤਾ ਹੀ ਆ ਨਾ। ਤੇ ਹੁਣ ਕੀ ਕਵੇ ਲੈ ਤੂੰ ਤਾਂ 3 ਹੀ ਰੋਟੀਆਂ ਲਾਈਆਂ ਨੇ, ਇਸ 3 ਰੋਟੀਆਂ ਲਾਉਣ ਦੇ ਪਿੱਛੇ ਪਹਿਲਾਂ ਕਿੰਨੀਆਂ ਲਾਤੀਆਂ ਨੇ, ਤਾਂ ਕਰਕੇ ਇੱਦਾਂ ਦੀਆਂ 3 ਲੱਥੀਆਂ ਨੇ। ਗੱਲ ਤੇ ਕਦਰ ਪਾਉਣ ਵਾਲੇ ਦੀ ਹੈ ਨਾ। ਮਹਾਰਾਜ ਕਹਿੰਦੇ ਨੇ ਭਾਈ ਜੇ ਅੱਗੇ ਕਦਰ ਪਾਉਣ ਵਾਲਾ ਹੀ ਨਹੀਂ ਹੈ, ਤੁਸੀਂ ਫ੍ਰੀ ਦੇ ਵਿੱਚ ਉਹਨੂੰ ਵੰਡ ਕੇ ਕੀ ਕਰੋਗੇ? ਵੀ ਤੁਸੀਂ ਪੋਥੀ ਦੇ ਦਿਓ, ਅਗਲਾ ਖੋਲ ਕੇ ਨਾ ਵੇਖੇ, ਕੀ ਕਰਾਂਗੇ ਫਿਰ ਇੱਦਾਂ ਦੀਆਂ ਚੀਜ਼ਾਂ ਨੂੰ? ਅਗਲਾ ਗਲਤ ਥਾਂ 'ਤੇ ਰੱਖ ਦੇਵੇ, ਅਸੀਂ ਕੀ ਕਰ ਲਵਾਂਗੇ ਫਿਰ ਅਸੀਂ ਕਹਿੰਦੇ ਹਾਂ ਵੀ ਬੇਅਦਬੀ ਹੋ ਗਈ। ਅਗਲਾ ਮੁੱਲ ਹੀ ਨਹੀਂ ਸੀ ਜਾਣਦਾ ਸੀ ਕੀ ਉਹਨੂੰ ਕਰ ਦਿੱਤਾ। ਪਹਿਲਾਂ ਉਹਨੂੰ ਪਤਾ ਤਾਂ ਹੋਵੇ ਵੀ ਮੁੱਲ ਕਿਹੜੀ ਚੀਜ਼ ਦਾ ਹੈ, ਵੀ ਮੈਨੂੰ ਚੀਜ਼ ਕਿਹੜੀ ਫੜਾਈ ਜਾ ਰਹੀ ਹੈ। ਅਸੀਂ ਧੱਕੇ ਨਾਲ ਪ੍ਰਸ਼ਾਦ ਵੰਡ ਦਿੱਤਾ, ਉਹਨੂੰ ਪਤਾ ਹੀ ਨਹੀਂ ਵੀ ਇਹਦੀ ਕਦਰ ਕੀ ਹੈ, ਰਾਹ ਜਾਂਦਾ ਕਿਤੇ ਸੁੱਟ ਦੇਵੇ, ਕੀ ਕਰ ਲਵਾਂਗੇ ਅਸੀਂ? ਮਹਾਰਾਜ ਕਹਿੰਦੇ ਨਹੀਂ, ਜੇ ਕਦਰ ਕਰਨ ਵਾਲੇ ਬੰਦੇ ਨਹੀਂ ਨੇ ਨਾ, ਤੇ ਫਿਰ ਕਿਸੇ ਦੇ ਅੱਗੇ ਵੀ ਇਹ ਚੀਜ਼ ਨਾ ਰੱਖ। ਨਹੀਂ ਪੱਟਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਮੋਲ। ਮਹਾਰਾਜ ਕਿਰਪਾ ਕਰਨ। ਦਾਤਾਰ ਕਹਿੰਦੇ ਜੇ ਤੇਰੇ ਕੋਲ ਰੱਬੀ ਬੰਦਗੀ ਦੀ ਦਾਤ ਹੈ, ਪਹਿਲਾਂ ਉਹਦੀ ਕਦਰ ਦੇ ਬਾਰੇ ਜਾਣਕਾਰੀ ਦੇ ਤੂੰ ਲੋਕਾਂ ਨੂੰ ਵੀ ਇਹ ਕੀਮਤੀ ਚੀਜ਼ ਹੈ। ਪਰ ਜੇ ਅਗਲੇ ਨਹੀਂ ਸਮਝਣ ਦੇ ਲਈ ਤਿਆਰ, ਤੇ ਐਵੇਂ ਧੱਕੇ ਦੇ ਨਾਲ ਹਰ ਇੱਕ ਦੇ ਅੱਗੇ ਵੰਡਦਾ ਨਾ, ਫਿਰ ਜਿਹਨੂੰ ਪਤਾ ਹੀ ਨਹੀਂ ਵੀ ਇਹ ਚੀਜ਼ ਕੀ ਹੈ, ਉਹ ਕੀ ਮੁੱਲ ਪਾ ਲਵੇਗਾ ਇਹਦਾ। ਇਸ ਕਰਕੇ ਪਹਿਲਾਂ ਉਹਦਾ ਮੁੱਲ ਵੀ ਤਾਂ ਸਮਝ ਹੋਵੇ ਨਾ, ਜੇ ਤਾਂ ਦੂਜਿਆਂ ਲਈ ਕੀ ਹੈ, ਦੂਜਿਆਂ ਲਈ ਬਿਲਕੁਲ ਬੇਕਾਰ ਦੀ ਚੀਜ਼ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰਨ। ਦੇ 3 ਸ਼ਲੋਕ ਅਸੀਂ ਅੱਜ ਗੁਰੂ ਬਖਸ਼ਿਸ਼ ਦੇ ਨਾਲ ਵਿਚਾਰੇ ਨੇ। ਅੱਗੇ ਜੋ ਸਮਾਂ ਬਣੇਗਾ ਸਤਿਗੁਰੂ ਕਿਰਪਾ ਕਰਨ, ਅਸੀਂ ਉਹਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਬੇਨਤੀ ਕੱਲ ਰਾਤ ਦਾ ਵਿਸ਼ੇਸ਼ ਦੀਵਾਨ ਸਕਲ